ਦੋਹਰਾ ਬੱਜਿਓ ਨਗਾਰਾ ਕੂਚ ਕੋ, ਕੰਪਤ ਨ੍ਰਿਪ ਸੁਨ ਤੀਰ। ਮੁਦਤ ਹੋਤ ਸੇਵਕ ਸਕਲ, ਚੜਿਓ ਗੋਬਿੰਦ ਸਿੰਘ ਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਕਲਗੀਆਂ ਵਾਲੇ ਪਾਤਸ਼ਾਹ ਰਾਏਪੁਰ ਦੀ ਰਾਣੀ ਦੀ ਭਾਵਨਾ ਪੂਰਨ ਕਰਨ ਵਾਸਤੇ ਤਿਸ ਦੇ ਗ੍ਰਹਿ ਆਏ ਹਨ। ਇਹਦੇ ਵੱਲੋਂ ਤਿਆਰ ਕੀਤਾ ਭੋਜਨ ਆਪਣਿਆਂ ਸੇਵਕਾਂ ਸਿੱਖਾਂ ਸਮੇਤ ਸਤਿਗੁਰਾਂ ਨੇ ਅੰਗੀਕਾਰ ਕੀਤਾ, ਗ੍ਰਹਿਣ ਕੀਤਾ ਹੈ। ਆਪਣੇ ਗਾਤਰੇ ਦਾ ਖੰਡਾ ਤੇ ਢਾਲ ਇਹਦੇ ਪਰਿਵਾਰ ਨੂੰ, ਇਹਦੇ ਪੁੱਤਰ ਨੂੰ ਬਖਸ਼ਿਸ਼ ਕੀਤੀ ਹੈ। ਬਚਨ ਕੀਤਾ ਆਪਣੇ ਪੁੱਤ ਨੂੰ ਕੇਸਾ ਧਾਰੀ ਤੇ ਸ਼ਸਤਰ ਧਾਰੀ ਬਣਾਉਣਾ ਹੈ। ਸਮਾਂ ਪਾ ਕੇ ਮੇਰੇ ਖਾਲਸੇ ਦਾ ਰਾਜ ਹੋਵੇਗਾ, ਉਹੀ ਬਚਣਗੇ ਜਿਨ੍ਹਾਂ ਦੇ ਨਾਂ ਨਾਲ ਸਿੰਘ ਪਦ ਹੋਵੇਗਾ ਔਰ ਕੇਸਾ ਧਾਰੀ ਹੋਣਗੇ। ਜੇ ਇਹਦੀ ਰਿਆਸਤ ਵਿੱਚ ਇਹ ਕੇਸਾ ਧਾਰੀ ਨਾ ਹੋਇਆ ਤੇ ਹੋ ਸਕਦਾ ਫਿਰ ਇਹਦੀ ਰਿਆਸਤ ਵਿੱਚ ਗੜਬੜ ਹੋਵੇ। ਇਸ ਕਰਕੇ ਹੁਣੇ ਤੋਂ ਹੀ ਤਿਆਰੀ ਕਰੋ। ਇਹ ਬਖਸ਼ਿਸ਼ਾਂ ਕਰਕੇ ਰਾਣੀ ਕੇ ਰਾਏਪੁਰ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਚੱਲੇ ਹਨ। ਚਲਦਿਆਂ ਰਸਤੇ ਵਿੱਚ ਅਨੇਕਾਂ ਥਾਈਂ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਆ ਰਹੇ ਨੇ। ਸਾਹਿਬ ਸੱਚੇ ਪਾਤਸ਼ਾਹ ਗੁਰਦੁਆਰਾ ਨਾਢਾ ਸਾਹਿਬ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਵੀ ਚਰਨ ਪਾਏ, ਇੱਥੇ ਵੀ ਆਪਣੇ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਦਾ ਪਾਰ ਉਤਾਰਾ ਕੀਤਾ। ਅਨੇਕਾਂ ਥਾਵਾਂ ਤੋਂ ਹੁੰਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਜਾ ਰਹੇ ਨੇ। ਆਓ ਸਾਹਿਬੇ ਕਮਾਲ ਕਲਗੀਧਰ ਦੇ ਇਤਿਹਾਸ ਦੀ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਲਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੱਜਿਓ ਨਗਾਰਾ ਕੂਚ ਕੋ, ਕੰਪਤ ਨ੍ਰਿਪ ਸੁਨ ਤੀਰ। ਰਾਣੀ ਰਾਏਪੁਰ ਤੋਂ ਜਦੋਂ ਸਤਿਗੁਰੂ ਜੀ ਨੇ ਕੂਚ ਕੀਤਾ ਹੈ, ਮਹਾਰਾਜ ਜੀ ਦਾ ਕੂਚ ਦਾ ਨਗਾਰਾ ਰਣਜੀਤ ਨਗਾਰਾ ਵੱਜਿਆ। ਨਗਾਰੇ ਦੀ ਆਵਾਜ਼ ਸੁਣ ਕੇ ਜਿਤਨੇ ਨੇੜੇ ਤੇੜੇ ਦੇ ਰਾਜੇ ਹਨ ਉਹ ਭੈ ਭੀਤ ਹੁੰਦੇ ਨੇ, ਹਿਰਦੇ 'ਚ ਕੰਬਦੇ ਹਨ। ਮੁਦਤ ਹੋਤ ਸੇਵਕ ਸਕਲ, ਚੜਿਓ ਗੋਬਿੰਦ ਸਿੰਘ ਬੀਰ। ਦੂਜੇ ਪਾਸੇ ਜਿਹੜੇ ਸਤਿਗੁਰਾਂ ਦੇ ਸੇਵਕ ਤੇ ਸਿੱਖ ਹਨ ਉਹਨਾਂ ਅੰਦਰ ਬੜਾ ਖੇੜਾ ਹੈ, ਖੁਸ਼ੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆ ਰਹੇ ਨੇ ਤੇ ਇਹਨਾਂ ਦੇ ਦਰਸ਼ਨ ਦਿਦਾਰੇ ਕਰਾਂਗੇ।
ਇਸ ਗੱਲ ਦੀ ਖੁਸ਼ੀ ਹੈ ਮਹਾਰਾਜ ਜੀ ਦੇ ਸਿੱਖਾਂ ਸੇਵਕਾਂ ਦੇ ਹਿਰਦਿਆਂ ਵਿੱਚ। ਨਿਸ਼ਾਨੀ ਚੰਦ ਸੈਨ ਸੰਗ ਓਰੜ ਚਲੀ, ਨਭ ਮੈਂ ਰਜ ਛਾਈ। ਮਹਾਰਾਜ ਜੀ ਦੀਆਂ ਫੌਜਾਂ ਸਤਿਗੁਰਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਚੱਲੀਆਂ ਨੇ। ਮਹਾਰਾਜ ਜੀ ਦੇ ਸੂਰਮਿਆਂ ਦੇ ਘੋੜਿਆਂ ਦੇ ਪੌੜਾਂ ਨਾਲ ਉੱਡਣ ਵਾਲੀ ਮਿੱਟੀ ਆਕਾਸ਼ ਵਿੱਚ ਚੜ੍ਹੀ ਹੈ। ਮਿਲੇ ਗ੍ਰਾਮਨ ਦੇ ਭੇਂਟ ਕੋ, ਲੈ ਦਰਸ਼ਨ ਪਾਈ। ਆਉਂਦਿਆਂ ਰਸਤੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਕੇ ਮਿਲਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਦੇਤ ਰਜਤ ਪਨ ਕੋ ਦਦੀ, ਕੋ ਘਟ ਪਰ ਪੈ ਕੋ। ਭੇਟਾਵਾਂ ਭੇਟ ਕਰਨ ਵਾਲੀ ਜਿਹੜੀ ਸੰਗਤ ਹੈ ਨਗਰਾਂ ਵਿੱਚੋਂ ਆਉਂਦੀ ਹੈ, ਕੋਈ ਲਿਆ ਕੇ ਦਸਵੰਧ ਵਿੱਚੋਂ ਮਾਇਆ ਭੇਟ ਕਰਦਾ ਹੈ, ਕੋਈ ਦੁੱਧ ਲਿਆ ਕੇ ਭੇਟ ਕਰਦਾ ਹੈ, ਕੋਈ ਦਹੀਂ ਦਾ ਘੜਾ ਭਰ ਕੇ ਲੈ ਆਉਂਦਾ ਹੈ, ਕੋਈ ਆਟਾ ਲੈ ਕੇ ਆਉਂਦਾ ਹੈ, ਕੋਈ ਖੰਡ ਲੈ ਕੇ ਆਉਂਦਾ, ਕੋਈ ਘਿਓ ਲੈ ਕੇ ਆਉਂਦਾ ਹੈ। ਇੱਦਾਂ ਦੀਆਂ ਰਸਤਾਂ ਬਸਤਾਂ ਸਮੇਤ ਮਾਇਆ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਕੋ ਆਨਤ ਮਿਸ਼ਟਾਨ ਕੋ, ਪਗ ਸੀਸ ਲਗੈ ਕੋ। ਕਈ ਆਪਣੇ ਘਰਾਂ ਵਿੱਚ ਮਠਿਆਈਆਂ ਬਣਾ ਕੇ ਕਲਗੀਧਰ ਜੀ ਫੌਜਾਂ ਸਮੇਤ ਆ ਰਹੇ ਨੇ। ਮਹਾਰਾਜ ਜੀ ਨੂੰ ਖੁਸ਼ੀ ਨਾਲ ਮਠਿਆਈ ਭੇਟ ਕਰੀਏ। ਕਈ ਪ੍ਰੇਮੀ ਆਪਣਿਆਂ ਘਰਾਂ 'ਚੋਂ ਮਠਿਆਈਆਂ ਬਣਾ ਕੇ ਲਿਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਮਠਿਆਈਆਂ ਭੇਟ ਕਰਦੇ ਹਨ। ਭਾਖੈ ਸੋ ਜਸ ਪ੍ਰਤਾਪ ਕੋ, ਪ੍ਰਭ ਕੇਰ ਵਿਸਾਲਾ। ਔਰ ਸਤਿਗੁਰੂ ਜੀ ਦਾ ਜੋ ਪ੍ਰਤਾਪ ਹੈ, ਮਹਾਰਾਜ ਜੀ ਦਾ ਜੋ ਸੁਜਸ ਹੈ, ਸਾਰੇ ਆਪਣੀ ਰਸਨਾ ਤੋਂ ਕਥਨ ਕਰਦੇ ਹਨ। ਕਲਗੀਧਰ ਮਹਾਰਾਜ ਜੀ ਦਾ ਮਹਾਨ ਪ੍ਰਤਾਪ, ਮਹਾਰਾਜ ਜੀ ਦਾ ਮਹਾਨ ਵੈਭਵ ਤੇਜਸ ਸੰਸਾਰ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਕਰੇ ਹਜ਼ਾਰੋਂ ਬੰਦਨਾ, ਜਿਤ ਦ੍ਰਿਸ਼ਟ ਕਿਰਪਾਲਾ। ਜਿਸ ਪਾਸੇ ਵੀ ਮਹਾਰਾਜ ਜੀ ਆਪਣੀ ਦ੍ਰਿਸ਼ਟੀ ਕਰਕੇ ਵੇਖਦੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਨਗਰ ਨਿਵਾਸੀ ਪਿੰਡਾਂ ਦੇ ਲੋਕ, ਕਿਉਂਕਿ ਹਰ ਜਗ੍ਹਾ ਤੇ ਤਾਂ ਸਤਿਗੁਰੂ ਉਤਰ ਨਹੀਂ ਸਨ ਸਕਦੇ, ਤੋ ਪਿੰਡਾਂ ਦੇ ਲੋਕ ਬਾਹਰ ਰਸਤੇ ਤੇ ਆ ਰਹੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਔਰ ਹਜ਼ਾਰਾਂ ਦੀ ਗਿਣਤੀ ਵਿੱਚ ਨਗਰਾਂ ਦੇ ਲੋਕ ਜਦੋਂ ਕਤਾਰਾਂ ਦੇ ਵਿੱਚ ਲਾਈਨਾਂ ਵਿੱਚ ਸੱਜੇ ਖੱਬੇ ਖਲੋਤੇ ਨੇ, ਸਤਿਗੁਰੂ ਜਦੋਂ ਲੰਘਦੇ ਨੇ ਉਹਨਾਂ ਸਾਰਿਆਂ ਵੱਲ ਆਪਣੀ ਦਇਆ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ। ਜਿਸ ਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਟਾਖਸ਼ ਭਰੇ ਨੇਤਰਾਂ ਨਾਲ ਤੱਕਦੇ ਨੇ, ਤਿਨਾਂ ਦੇ ਉਸੇ ਵਕਤ ਬੰਧਨ ਕੱਟੇ ਜਾਂਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਐਸੀ ਦਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹਨ। ਦਿਨ ਮੈਂ ਗਮਨਤ ਪੰਥ ਕੋ, ਵੱਡ ਕਾਮ ਥਿਰੰਤੇ। ਦਿਨ ਦੇ ਸਮੇਂ ਮਹਾਰਾਜ ਜੀ ਪੈਂਡਾ ਤੈਅ ਕਰਦੇ ਨੇ। ਜਦੋਂ ਦੁਪਹਿਰੇ ਜ਼ਿਆਦਾ ਗਰਮੀ ਹੋ ਜਾਂਦੀ ਹੈ, ਕਿਉਂਕਿ ਗਰਮੀਆਂ ਦਾ ਮੌਸਮ ਹੈ, ਗਰਮੀ ਦੀ ਰੁੱਤ ਹੈ, ਵੱਧ ਗਰਮੀ ਹੁੰਦੀ ਹੈ, ਜਿਸ ਵਕਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਹੀ ਪੜਾਅ ਕਰ ਲੈਂਦੇ ਹਨ। ਬਸੇ ਤਹਾਂ ਪੁਨ ਜਾਮਨੀ, ਬਿਸਰਾਮ ਕਰਨ ਤੇ। ਮਹਾਰਾਜ ਜੀ ਰਾਤ ਬਤੀਤ ਕਰਦੇ ਨੇ, ਰਾਤ ਸੁਖ ਆਸਣਾ ਤੇ ਬਿਰਾਜਦੇ ਨੇ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਨਿਤ ਕਿਰਿਆ ਕਰਨ ਤੋਂ ਬਾਅਦ, ਲੋ ਲੱਗਣ ਤੋਂ ਪਹਿਲਾਂ ਹੀ ਮਹਾਰਾਜ ਜੀ ਠੰਡੇ ਵੇਲੇ ਚਾਲਾ ਮਾਰ ਦਿੰਦੇ ਹਨ। ਦਿਨ ਪ੍ਰਤ ਇਮ ਕਰ ਕੂਚ ਕੋ, ਮਗ ਉਲੰਘਿਓ ਸਾਰਾ। ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਕੂਚ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਪੈਂਡਾ ਰਾਹ ਦਾ ਤੈਅ ਕੀਤਾ ਹੈ। ਸ਼੍ਰੀ ਕੀਰਤਪੁਰ ਤੀਰ ਮੈਂ, ਡੇਰਾ ਨਿਜ ਡਾਰਾ। ਚੱਲ ਕੇ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਆਏ ਹਨ। ਕੀਰਤਪੁਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਨਗਰੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਨਗਰ ਵਸਾਇਆ ਹੈ। ਇਸ ਪਵਿੱਤਰ ਨਗਰੀ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ। ਇੱਥੇ ਨੇੜੇ ਆ ਕੇ ਡੇਰਾ ਕੀਤਾ ਹੈ। ਸ਼੍ਰੀ ਮੁਖ ਤੇ ਫੁਰਮਾਇਓ, ਬੋ ਕਰੋ ਕਰਾਹੂ। ਹੁਕਮ ਕੀਤਾ ਸੇਵਾਦਾਰਾਂ ਨੂੰ
ਕਿ ਵੱਡਿਆਂ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨੇ ਆ। ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਦੀਦਾਰ ਕਰਨੇ ਨੇ। ਇਸ ਕਰਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰੋ। ਇਹ ਹੁਕਮ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਕੀਤਾ ਹੈ। ਉਤਰ ਕਰਿਓ ਇਸ਼ਨਾਨ ਕੋ ਨਿਰਮਲ ਜਲ ਮਾਹੂ। ਸੇਵਾਦਾਰ ਇਸ਼ਨਾਨ ਪਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਲੱਗੇ। ਇਧਰ ਕਲਗੀਧਰ ਪਾਤਸ਼ਾਹ ਜੀ ਨੇ ਵੀ ਉਤਾਰਾ ਕਰਕੇ ਨਿਰਮਲ ਜਲ ਨਾਲ ਇਸ਼ਨਾਨ ਪਾਨ ਕੀਤੇ ਹਨ। ਬੰਦ ਸੀਸ ਉਸ਼ਨੀਕ ਕੋ ਪੁਨ ਜਿਗਾ ਸਜਾਈ। ਕਿਉਂਕਿ ਰਸਤੇ ਵਿੱਚ ਮਿੱਟੀ ਘੱਟੇ ਨਾਲ ਸਰੀਰ ਦੇ ਬਸਤਰ ਮਲਨ ਸਨ। ਇਸ਼ਨਾਨ ਪਾਣੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰੇ ਬਸਤਰ, ਸਵੱਛ ਬਸਤਰ ਸਰੀਰ ਤੇ ਧਾਰਨ ਕੀਤੇ ਨੇ। ਸੀਸ ਉੱਤੇ ਬੜਾ ਸੋਹਣਾ ਦਸਤਾਰਾ ਜਗ੍ਹਾ ਤੇ ਕਲਗੀ ਸਹਿਤ ਮਹਾਰਾਜ ਜੀ ਨੇ ਸਜਾਇਆ ਹੈ। ਕਲਗੀ ਤਰੀ ਉਤੰਗ ਬਰ ਝੂਲਤ ਛਬ ਪਾਈ। ਜਗ੍ਹਾ ਦੇ ਉੱਤੇ ਉੱਚੀ ਕਲਗੀ ਮਹਾਰਾਜ ਜੀ ਨੇ ਧਾਰਨ ਕੀਤੀ ਹੈ, ਜੋ ਬੜੀ ਸੋਹਣੀ ਛਵੀ ਪਾ ਰਹੀ ਹੈ। ਅਬਿਰਾਮਾ ਜਾਮਾ ਪੈਰ ਕਸ ਕੱਟ ਸ਼ਮਸ਼ੇਰੰਗ। ਮਹਾਰਾਜ ਜੀ ਨੇ ਸਰੀਰ ਤੇ ਬੜਾ ਸੋਹਣਾ ਜਾਮਾ ਚੋਲਾ ਧਾਰਨ ਕੀਤਾ ਹੈ ਔਰ ਆਪਣੇ ਕਮਰ ਕੱਸੇ ਦੇ ਵਿੱਚ ਕਮਰ ਕੱਸਾ ਲਾਇਆ ਹੈ ਔਰ ਗਾਤਰੇ ਵਿੱਚ ਗੁਰਦੇਵ ਨੇ ਬੜੀ ਸੋਹਣੀ ਸ਼੍ਰੀ ਸਾਹਿਬ ਕਿਰਪਾਨ ਧਾਰਨ ਕੀਤੀ ਹੈ। ਪਾਥਾ ਗਰ ਤਨਖ ਕਰ ਗਏ ਬਨ ਕਰ ਸ਼ਮਸ਼ੇਰੰਗ। ਹੱਥ ਵਿੱਚ ਕਮਾਨ ਧਾਰਨ ਕੀਤੀ ਹੈ, ਮੋਢੇ ਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੈ। ਏਦਾਂ ਸ਼ਸਤਰਾਂ ਬਸਤਰਾਂ ਸਹਿਤ ਤਿਆਰ ਬਰ ਤਿਆਰ ਹੋ ਕੇ ਬੱਬਰ ਸ਼ੇਰ ਦੇ ਸਮਾਨ ਮਹਾਰਾਜ ਜੀ ਚੱਲੇ ਹਨ। ਗਏ ਪਿਤਾਮਾ ਥਾਨ ਕੋ ਪਟ ਸੰਗ ਮਹਾਨੇ। ਕਿੱਥੇ ਆਏ ਨੇ? ਆਪਣੇ ਪਿਤਾਮਾ ਯਾਨੀ ਕਿ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਉੱਥੇ ਚੱਲ ਕੇ ਆਏ ਨੇ ਦਰਸ਼ਨ ਕਰਨ ਲਈ। ਕਰ ਜੋਰੀ ਕਰ ਬੰਦਨਾ ਅਰਦਾਸ ਬਖਾਨੇ। ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਬਾਰ ਨੇ ਉੱਥੇ ਲਿਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਨੇ ਨਮਸਕਾਰ ਕੀਤੀ ਹੈ। ਗੁਰੂ ਦਰਬਾਰ ਜਾਣਦਿਆਂ ਸਤਿਗੁਰਾਂ ਦੇ ਦਰਬਾਰਾਂ ਵਿੱਚ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਬੈਠ ਲਗਾਏ ਦੀਵਾਨ ਕੋ ਦਰਸਤ ਬਰ ਬੀਰੰਗ। ਔਰ ਉੱਥੇ ਹੀ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਬੈਠ ਕੇ ਮਹਾਰਾਜ ਜੀ ਨੇ ਸੰਧਿਆ ਵੇਲੇ ਦਾ ਦੀਵਾਨ ਸਜਾਇਆ ਹੈ। ਸਤਿਗੁਰਾਂ ਦੇ ਵੀਰ ਯੋਧੇ ਸਾਰੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠੇ ਹਨ। ਆਏ ਰਬਾਬੀ ਗਾਨ ਕਰ ਤੁਨ ਰਾਗ ਗਹੀਰੰਗ। ਮਹਾਰਾਜ ਜੀ ਦੇ ਜਿਹੜੇ ਰਬਾਬੀ ਨੇ, ਕੀਰਤਨੀਏ, ਉਹ ਚੱਲ ਕੇ ਆਏ ਨੇ ਗੰਭੀਰ ਧੁਨੀ ਦੇ ਵਿੱਚ। ਤਿਨਾਂ ਨੇ ਰਬਾਬਾਂ ਦੀਆਂ ਤੰਦੀਆਂ, ਸਾਜ਼ਾਂ ਦੀਆਂ ਤੰਦੀਆਂ ਛੇੜ ਕਰਕੇ ਸੋਹਣੀ ਆਵਾਜ਼ ਵਿੱਚ ਸਤਿਗੁਰਾਂ ਦੀ ਪਵਿੱਤਰ ਤੁਰਕੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਕੀਤੇ ਹਨ। ਤਾ ਪੰਚਾਮ੍ਰਿਤ ਬ੍ਰਿੰਦ ਕੋ ਵਰਤਾਵਨ ਕੀਨਾ। ਅਰਦਾਸ ਕਰਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ। ਪੰਚਾਮ੍ਰਿਤ ਦਾ ਮਤਲਬ ਹੁੰਦਾ ਜਿਹਦੇ 'ਚ 5 ਅੰਮ੍ਰਿਤ ਮਿਲੇ ਹੋਣ। 5 ਅੰਮ੍ਰਿਤਾਂ ਦਾ ਸੁਮੇਲ ਹੋਵੇ ਉਹਨੂੰ ਪੰਚਾਮ੍ਰਿਤ ਕਹਿੰਦੇ ਹਨ। ਆਟਾ, ਘਿਓ, ਖੰਡ, ਪਾਣੀ ਔਰ ਅਗਨੀ, ਇਹ 5 ਅੰਮ੍ਰਿਤ ਹੀ ਹਨ। ਇਹਨਾਂ ਦਾ ਸੁਮੇਲ ਹੋਵੇ ਉਹਨੂੰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਕਹਿੰਦੇ ਨੇ। ਤੋ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਕਰਕੇ ਸਾਰੀ ਸੰਗਤ ਦੇ ਵਿੱਚ ਵਰਤਾਈ ਗਈ ਹੈ। ਪੁਰ ਜਨ ਦਰਸਤ ਦੁਤੀ ਅਧਿਕ ਸਭ ਹਿਨਸੋ ਲੀਨਾ। ਕੀਰਤਪੁਰ ਸਾਹਿਬ ਦੀ ਜਿਤਨੀ ਸੰਗਤ ਹੈ, ਨਗਰ ਨਿਵਾਸੀ ਨੇ, ਸਾਰੇ ਆਏ ਨੇ ਸੁਣ ਕੇ ਕਿ ਕਲਗੀਧਰ ਜੀ ਆਏ ਹਨ। ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਕੜਾਹ ਪ੍ਰਸ਼ਾਦ ਦੀ ਵਰਤ ਦੀ ਦੇਗ ਦਾ ਵਰਤਾਰਾ ਲੈਂਦੇ ਹਨ। ਸੂਰਜ ਮਲ ਕੇ ਪੋਤਰ ਦੋਏ ਹੁਲ ਸਾਵਤ ਆਏ। ਬਾਬੇ ਸੂਰਜ ਮਲ ਦੇ ਦੋਵੇਂ ਪੋਤਰੇ ਬਾਬਾ ਗੁਲਾਬ ਰਾਏ ਜੀ ਔਰ ਸ਼ਿਆਮ ਰਾਏ ਜੀ,
ਇਹ ਵੀ ਦੋਵੇਂ ਚੱਲ ਕੇ ਆਏ ਹਨ। ਕਰ ਦਰਸ਼ਨ ਗੁਰ ਤਰਨ ਕੋ ਦ੍ਰਿਗ ਕਮਲ ਖਿਰਾਏ। ਇਹ ਸਤਿਗੁਰੂ ਜੀ ਦੇ ਨਾਲ ਆਨੰਦਪੁਰ ਸਾਹਿਬ 'ਚ ਬਚਪਨ 'ਚ ਰਹੇ ਵੀ ਨੇ। ਕਲਗੀਧਰ ਨਾਲ ਇਹਨਾਂ ਦੋਨਾਂ ਦਾ ਬੜਾ ਭਾਰੀ ਸਨੇਹ ਸੀ। ਆਣ ਕੇ ਦਰਸ਼ਨ ਕੀਤੇ ਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਹਨ। ਨੇਤਰਾਂ ਦੇ ਕਮਲ ਇਹਨਾਂ ਦੇ ਖਿੜ ਗਏ ਗੁਰੂ ਰੂਪ ਸੂਰਜ ਨੂੰ ਵੇਖਦਿਆਂ। ਕੁਸ਼ਲ ਪ੍ਰਸ਼ਨ ਕਰ ਦੋਹਨ ਕੋ ਸਨਮਾਨ ਬਿਠਾਏ। ਦੋਨਾਂ ਨੂੰ ਕੁਸ਼ਲ ਪ੍ਰਸੰਨਤਾ ਪੁੱਛ ਕੇ ਮਹਾਰਾਜ ਜੀ ਨੇ ਬੜਾ ਸਨਮਾਨ ਤੇ ਸਤਿਕਾਰ ਕਰਦਿਆਂ ਬਾਬੇ ਸੂਰਜਮਲ ਦੇ ਇਹਨਾਂ ਦੋਨਾਂ ਪੋਤਰਿਆਂ ਨੂੰ, ਯਾਨੀ ਕਿ ਭਾਈ ਗੁਲਾਬ ਰਾਏ ਜੀ ਔਰ ਸ਼ਿਆਮ ਰਾਏ ਜੀ ਨੂੰ ਆਪਣੇ ਪਾਸ ਬਿਠਾਇਆ ਹੈ। ਪ੍ਰਭ ਜੀ ਤੁਮਰੀ ਕਿਰਪਾ ਤੇ ਦਿਨ ਸੁਖੀ ਬਿਤਾਏ। ਪਾਤਸ਼ਾਹ ਨੇ ਇਹਨਾਂ ਦਾ ਹਾਲ ਚਾਲ ਪੁੱਛਿਆ। ਇਹਨਾਂ ਦੱਸਿਆ, ਮਹਾਰਾਜ ਜੀ, ਪ੍ਰਭੂ ਜੀ, ਤੁਹਾਡੀ ਕਿਰਪਾ ਨਾਲ ਅਸੀਂ ਸੁੱਖ ਨਾਲ ਦਿਨ ਬਤੀਤ ਕੀਤੇ ਹਨ। ਹੁਣ ਤਾਈਂ ਜ਼ਿੰਦਗੀ ਦੇ ਜਿੰਨੇ ਦਿਨ ਬੀਤੇ ਨੇ ਮਹਾਰਾਜ, ਤੁਹਾਡੀ ਕਿਰਪਾ ਨਾਲ ਸੁੱਖ ਨਾਲ ਬਤੀਤ ਹੋਏ ਨੇ। ਰਹੇ ਪ੍ਰਤੀਖਤ ਆਪ ਕੋ ਅਬ ਆਵਨ ਕੀਨੋ। ਮਹਾਰਾਜ, ਲੰਮੇ ਸਮੇਂ ਤੋਂ ਅਸੀਂ ਆਪ ਜੀ ਦੀ ਉਡੀਕ ਕਰ ਰਹੇ ਸੀ। ਆਪ ਜੀ ਨੇ ਬੜੀ ਲੰਮੀ ਉਡੀਕ ਕਰਵਾ ਕੇ ਅੱਜ ਸਾਨੂੰ ਦਰਸ਼ਨ ਦਿੱਤੇ ਨੇ। ਅੱਜ ਬੜੇ ਲੰਮੇ ਅਰਸੇ ਬਾਅਦ ਚੱਲ ਕੇ ਤੁਸੀਂ ਵਾਪਸ ਆਏ ਹੋ। ਤੁਮ ਬਿਨ ਚਿਤ ਪਰਚਿਓ ਨਹੀਂ ਨਿਤ ਸਿਮਰਨ ਲੀਨੋ। ਮਹਾਰਾਜ, ਤੁਹਾਡੇ ਬਿਨਾਂ ਸਾਡਾ ਮਨ ਨਹੀਂ ਸੀ ਲੱਗਦਾ, ਇੱਥੇ ਸਾਡਾ ਮਨ ਨਹੀਂ ਸੀ ਪਰਚਦਾ, ਕਿਉਂਕਿ ਇਹ ਜ਼ਿਆਦਾ ਆਨੰਦਪੁਰ ਸਾਹਿਬ ਹੀ ਰਹਿੰਦੇ ਸੀ ਸਤਿਗੁਰਾਂ ਕੋਲ। ਮਹਾਰਾਜ, ਜਦੋਂ ਦੇ ਤੁਸੀਂ ਗਏ ਹੋ ਸਾਡਾ ਮਨ ਨਹੀਂ ਸੀ ਲੱਗਦਾ। ਹਰ ਵੇਲੇ ਅਸੀਂ ਆਪ ਜੀ ਦਾ ਸਿਮਰਨ ਕਰਦੇ ਸੀ, ਹਰ ਵੇਲੇ ਆਪ ਜੀ ਨੂੰ ਯਾਦ ਕਰਦੇ ਸੀ ਕਿ ਕਲਗੀਧਰ ਜੀ ਕਦੋਂ ਵਾਪਸ ਆਉਣ ਤੇ ਆਣ ਕੇ ਸਾਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ਣ। ਮੁਸਕਾਨੇ ਸ਼੍ਰੀ ਪ੍ਰਭ ਕਹਿਓ ਅਬ ਰਹੀਏ ਪਾਸਾ। ਮੁਸਕਰਾ ਕੇ ਸਤਿਗੁਰੂ ਜੀ ਬੋਲੇ, ਕਹਿੰਦੇ, ਗੁਲਾਬ ਰਾਏ ਜੀ, ਹੁਣ ਤੁਸੀਂ ਕੋਲ ਹੀ ਰਹੋ, ਸਾਡੇ ਕੋਲ ਆ ਗਏ ਹਾਂ ਅਸੀਂ ਆਨੰਦਪੁਰ ਸਾਹਿਬ, ਹੁਣ ਸਾਡੇ ਪਾਸ ਹੀ ਰਹੋ। ਆਨੰਦਪੁਰ ਨਿਜ ਇਸਮ ਕੋ ਕਰ ਹੈ ਬੋ ਬਾਸਾ। ਇਸਮ ਦਾ ਮਤਲਬ ਹੁੰਦਾ ਜਿਹਦੇ ਤੇ ਪੂਰੇ ਹੱਕ ਤੇ ਮੂਜਬ ਆਪਣੇ ਹੋਣ, ਯਾਨੀ ਕਿ ਜਿਹੜੀ ਜਗ੍ਹਾ ਸਾਡੇ ਨਾਂ ਲੱਗੀ ਹੋਵੇ, ਆਪਣੀ ਜ਼ਮੀਨ ਹੋਵੇ, ਉਹਨੂੰ ਇਸਮ ਕਹਿੰਦੇ ਆ। ਕਲਗੀਧਰ ਜੀ ਕਹਿੰਦੇ ਆਨੰਦਪੁਰ ਸਾਹਿਬ ਜੋ ਸਾਡਾ ਇਸਮ ਹੈ, ਭਾਵ ਸਾਡਾ ਆਪਣਾ ਨਗਰ ਹੈ, ਜੋ ਸਾਡੇ ਪਿਤਾ ਜੀ ਨੇ ਖਰੀਦਿਆ, ਉੱਥੇ ਹੁਣ ਅਸੀਂ ਜਾ ਕੇ ਵਾਸਾ ਕਰਨਾ ਰਹਿਣਾ, ਤੇ ਤੁਸੀਂ ਉੱਥੇ ਸਾਡੇ ਕੋਲ ਆ ਜਾਓ। ਜੇ ਰਹਿਣਾ ਚਾਹੁੰਦੇ ਹੋ ਸਾਡੇ ਕੋਲ ਆ ਕੇ ਰਹੋ। ਸੰਧਿਆ ਲਖ ਰਹਿ ਰਾਸ ਕੋ ਪਟ ਸੁਨ ਤਿਸ ਕਾਲਾ। ਖਾਲਸਾ ਜੀ, ਸੰਧਿਆ ਦਾ ਵੇਲਾ ਹੋ ਗਿਆ। ਤੋ ਸੰਧਿਆ ਸਮੇਂ ਮਹਾਰਾਜ ਜੀ ਦੇ ਦਰਬਾਰ ਦੀ ਮਰਿਆਦਾ ਸੋਦਰ ਆਰਤੀ ਗਾਵੀ ਹੈ। ਤੋ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੋਦਰ ਦਾ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੋਇਆ, ਆਰਤੀ ਦੇ ਕੀਰਤਨ ਹੋਏ ਹਨ। ਥਾਨ ਪਿਤਾ ਮੈਂ ਕੋ ਨਮੋ ਕਰ ਪ੍ਰਕਰਮ ਕਿਰਪਾਲਾ। ਔਰ ਰਹਿਰਾਸ ਸਾਹਿਬ ਦੇ ਪਾਠ ਕਰਕੇ ਅਰਦਾਸ ਬੇਨਤੀ ਕੀਤੀ। ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ, ਪ੍ਰਕਰਮਾ ਕੀਤੀ ਕਲਗੀਧਰ ਜੀ ਨੇ। ਸਨੇ ਸਨੇ ਨਿਜ ਸਿਵਰ ਕੋ ਚਲ ਆਏ ਗੁਸਾਈ। ਜਗਤ ਦੇ ਮਾਲਕ ਗੁਸਾਈ ਸਤਿਗੁਰੂ ਜੀ ਦਾਦਾ ਜੀ ਦੇ ਪਾਵਨ ਸਥਾਨ ਦੀ ਪਰਿਕਰਮਾ ਕਰਨ ਤੋਂ ਬਾਅਦ ਆਪਣੇ ਨਿਜ ਸਥਾਨ ਤੇ ਜਿੱਥੇ ਸਤਿਗੁਰਾਂ ਨੇ ਸਿਵਰ ਕੀਤਾ ਸੀ, ਡੇਰਾ ਕੀਤਾ ਹੋਇਆ ਸੀ, ਉੱਥੇ ਚੱਲ ਕੇ ਗਰੀਬ ਨਵਾਜ ਜੀ ਆਏ ਹਨ। ਰਾਏ ਗੁਲਾਬ ਸ਼ਿਆਮ ਸਿੰਘ ਸੰਗ ਦੋਨੋਂ ਭਾਈ। ਗੁਲਾਬ ਰਾਏ ਔਰ ਸ਼ਿਆਮ ਰਾਏ ਇਹ ਬਾਅਦ ਚ ਅੰਮ੍ਰਿਤਧਾਰੀ ਹੋ ਕੇ ਸਿੰਘ ਵੀ ਸੱਜ ਗਏ ਕਲਗੀਧਰ ਕੋਲ। ਇਹ ਵੀ ਦੋਵੇਂ ਸਤਿਗੁਰਾਂ ਦੇ ਨਾਲ ਨਾਲ ਦੋਵੇਂ ਭਰਾ ਚੱਲ ਕੇ ਆਏ ਹਨ। ਜਥਾ ਸ਼ਕਤ ਸੇਵਾ ਕਰੀ ਸਤਿਗੁਰ ਹਰ ਖਾਏ। ਕਿਉਂਕਿ ਉਸ ਵੇਲੇ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਹੀ ਪ੍ਰਬੰਧ ਸੀ, ਸਾਰੇ ਸਥਾਨਾਂ ਤੇ ਬਾਬੇ ਸੂਰਜਮਲ ਦੀ ਅੰਸ਼-ਵੰਸ਼ ਸਨ। ਤੋ ਇਸ ਕਰਕੇ ਇਹਨਾਂ ਨੇ ਜਾਣ ਕੇ ਕਿ ਸਤਿਗੁਰੂ ਜੀ ਸਾਡੇ ਨਗਰ ਵਿੱਚ ਆਏ ਨੇ ਜਾਂ ਆਪਣਾ ਹੀ ਨਗਰ ਹੈ ਉਹਨਾਂ ਦਾ, ਤੋ ਇਹਨਾਂ ਨੇ ਸਾਰੀ ਜਿਹੜੀ ਸੇਵਾ ਟਹਿਲ ਹੈ ਸਤਿਗੁਰਾਂ ਦੀ, ਮਹਾਰਾਜ ਜੀ ਦੀਆਂ ਫੌਜਾਂ ਦੀ, ਘੋੜਿਆਂ ਦੀ,
ਉਹ ਸੇਵਾ ਟਹਿਲ ਇਹਨਾਂ ਦੋਨਾਂ ਭਰਾਵਾਂ ਨੇ ਕੀਤੀ ਹੈ, ਕਰਾਈ ਹੈ। ਸੁਪਤ ਜਥਾ ਸੁਖ ਜਾਮਨੀ ਬਿਸਰਾਮ ਸੋ ਪਾਏ। ਔਰ ਸੇਵਾ ਕਰਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਰਾਤ ਸੁਖਾਸਣਾ ਤੇ ਮਹਾਰਾਜ ਜੀ ਨੇ ਸੁਖ ਲਿਆ, ਰਾਤ ਬਤੀਤ ਹੋਈ। ਬੜੀ ਪ੍ਰਾਤ ਉੱਠ ਕੇ ਪ੍ਰਭੂ ਕਰ ਸੋਚ ਇਸ਼ਨਾਨਾ। ਵੱਡੀ ਪ੍ਰਾਤ ਬ੍ਰਹਮ ਮੁਹੂਰਤ ਦੇ ਸਮੇਂ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਉੱਠੇ ਨੇ, ਇਸ਼ਨਾਨ ਪਾਨ ਕੀਤੇ ਨੇ। ਜੋ ਮੇਰੇ ਸਾਹਿਬ ਦਾ ਨਿਤ ਦਾ ਨੇਮ ਹੈ ਉਹ ਸਤਿਗੁਰਾਂ ਨੇ ਸਾਧਿਆ ਹੈ। ਬਜਿਓ ਦਮਾਮਾ ਕੂਚ ਕੋ ਜਨ ਕਨ ਗਰ ਜਾਨਾ। ਥੋੜੀ ਜੀ ਲੋ ਲੱਗੀ, ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਚਾਲਾ ਮਾਰੀਏ ਆਨੰਦਪੁਰ ਸਾਹਿਬ ਨੂੰ। ਸਤਿਗੁਰਾਂ ਦੇ ਨਗਾਰਚੀ ਨੇ ਨਗਾਰੇ ਤੇ ਚੋਭਾਂ ਮਾਰੀਆਂ ਨੇ। ਫੌਜਾਂ ਤਿਆਰ ਬਰ ਤਿਆਰ ਹੋਈਆਂ ਹਨ। ਨਗਾਰਾ ਏਦਾਂ ਗਰਜਿਆ ਮਾਨੋ ਜਿਵੇਂ ਆਕਾਸ਼ ਵਿੱਚ ਬੱਦਲ ਗਰਜਦੇ ਹਨ। ਚੜ ਮਤੰਗ ਪਰ ਸਤਿਗੁਰੂ ਪੁਰ ਚਹਿ ਪ੍ਰਵੇਸ਼ਾ। ਪਾਤਸ਼ਾਹ ਨੇ ਘੋੜਾ ਤਿਆਗਿਆ, ਆਖਿਆ ਅੱਜ ਹਾਥੀ ਤੇ ਸਵਾਰ ਹੋ ਕੇ ਚੱਲਾਂਗੇ। ਸੇਵਾਦਾਰ ਹਾਥੀ ਸ਼ਿੰਗਾਰ ਕੇ ਲਿਆਏ ਨੇ। ਹਾਥੀ ਦੇ ਉੱਤੇ ਬੜੀ ਸੁੰਦਰ ਸੋਨੇ ਦੀ ਅੰਬਾਰੀ ਪਾਈ ਹੈ। ਵੇਦੇ ਵਿੱਚ ਬੜਾ ਕੀਮਤੀ ਜ਼ਰੀਦਾਰ ਦੁਸ਼ਾਲਾ ਪਾਇਆ। ਹਾਥੀ ਦੇ ਮੱਥੇ ਦੇ ਉੱਤੇ ਸੋਨੇ ਦਾ ਮੁਕਟ ਜਿਵੇਂ ਸਜਾਇਆ ਹੁੰਦਾ ਹੈ। ਇਹਦੇ ਦੰਦਾਂ ਦੇ ਉੱਤੇ ਸੋਨੇ ਦੇ ਕੜੇ ਚਾੜੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹਾਥੀ ਸ਼ਿੰਗਾਰ ਕੇ ਲੈ ਕੇ ਆਏ ਸਤਿਗੁਰਾਂ ਦੇ ਕੋਲ। ਸਾਯੁਧ ਜੋਧਾ ਹਿਆ ਚੜੇ ਚਲ ਸੰਗ ਅਸ਼ੇਸ਼ਾ। ਪਾਤਸ਼ਾਹ ਹਾਥੀ ਤੇ ਸਵਾਰ ਹੋਏ ਨੇ। ਮਹਾਰਾਜ ਜੀ ਦੇ ਨਾਲ ਜਿਹੜੇ ਯੋਧੇ ਨੇ ਉਹ ਸ਼ਸਤਰ ਧਾਰੀ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਚੱਲੇ ਹਨ। ਸੁਧ ਆਨੰਦਪੁਰ ਕੋ ਗਈ ਪਹੁੰਚੇ ਪ੍ਰਭ ਆਈ। ਉਧਰ ਸ੍ਰੀ ਆਨੰਦਪੁਰ ਸਾਹਿਬ ਖਬਰ ਪਹੁੰਚ ਗਈ ਕਿ ਕਲਗੀਧਰ ਜੀ ਆ ਗਏ ਨੇ। ਕਿਉਂਕਿ ਮਹਾਰਾਜ ਜੀ ਦਾ ਪਰਿਵਾਰ ਮਾਤਾ ਜੀ ਹੋਣੀ ਪਹਿਲਾਂ ਆ ਗਏ ਸਨ, ਮਾਮਾ ਕਿਰਪਾਲ ਚੰਦ ਜੀ ਦੇ ਸਮੇਤ। ਗੁਰਦੁਆਰਾ ਟੋਕਾ ਸਾਹਿਬ ਤੋਂ ਮਹਾਰਾਜ ਜੀ ਨੇ ਇਹਨਾਂ ਨੂੰ ਪਹਿਲਾਂ ਭੇਜ ਦਿੱਤਾ ਸੀ। ਆਪ ਬਾਅਦ ਵਿੱਚ ਸਤਿਗੁਰੂ ਜੀ ਆਏ ਤੋਂ ਮਾਮਾ ਕਿਰਪਾਲ ਚੰਦ ਜੀ, ਦੀਵਾਨ ਆਨੰਦ ਚੰਦ ਜੀ, ਆਨੰਦਪੁਰ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਸਨ, ਜਦੋਂ ਤਿਨਾਂ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਆਏ ਹਨ, ਸੁਨ ਸੁਨ ਸਭ ਕੇ ਆਨੰਦ ਔਰ ਬਜ ਉਠੀ ਵਧਾਈ। ਸਾਰਿਆਂ ਦੇ ਹਿਰਦਿਆਂ ਵਿੱਚ ਸੁਣ ਕੇ ਆਨੰਦ ਤੇ ਖੇੜਾ ਵਿਗਾਸ ਪੈਦਾ ਹੋਇਆ। ਵਧਾਈਆਂ ਵੱਜ ਪਈਆਂ। ਆਖਿਆ ਸਤਿਗੁਰੂ ਜੀ ਆਏ ਹਨ, ਘਰ ਆਇਆ ਫਿਰ ਮੇਰਾ। ਬੜੀਆਂ ਵਧਾਈਆਂ ਗੁਰਸਿੱਖ ਇੱਕ ਦੂਜੇ ਨੂੰ ਦਿੰਦੇ। ਜਿਵੇਂ ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਅੱਜ ਦੇ ਦਿਨ ਬਾਸਰ ਕੇ ਨਗਰ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਾਬਾ ਤੇਜ ਭਾਨ ਦੇ ਗ੍ਰਹਿ ਵਿਖੇ ਧੰਨ ਮਾਤਾ ਸੁਲੱਛਣੀ ਜੀ ਦੀ ਕੁੱਖ ਤੋਂ ਸਤਿਗੁਰੂ ਜੀ ਅਵਤਾਰ ਧਾਰਨ ਕਰਕੇ ਆਏ। ਵਧਾਈਆਂ ਵੱਜੀਆਂ। ਮਹਾਰਾਜ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਆਪਣੀ ਪਹਿਲੀ ਉਮਰ ਵਿੱਚ ਗੰਗਾ ਦੀ ਯਾਤਰਾ ਕਰਦੇ ਸਨ। ਕਰਮ ਨੇਕ ਸਨ, ਪਰ ਗੁਰੂ ਦਾ ਮੇਲ ਪਿਛਲੀ ਉਮਰ ਵਿੱਚ ਮਹਾਰਾਜ ਸ੍ਰੀ ਗੁਰੂ ਅੰਗਦ ਸਾਹਿਬ ਨਾਲ ਹੋਇਆ। ਸਤਿਗੁਰਾਂ ਦੀ ਸੇਵਾ ਟਹਿਲ ਕਰਦਿਆਂ ਕਰਦਿਆਂ ਗੁਰੂ ਅੰਗਦ ਦਾ ਸਰੂਪ ਹੋ ਗਏ। ਪਵਿੱਤਰ ਨਗਰੀ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਵਸਾਇਆ। ਤਕਰੀਬਨ 22 ਸਾਲ ਸ੍ਰੀ ਗੋਇੰਦਵਾਲ ਸਾਹਿਬ ਰਹਿ ਕੇ ਗੁਰਸਿੱਖੀ ਦਾ ਧੁਰਾ ਬਣਾ ਕੇ ਗੋਇੰਦਵਾਲ ਸਾਹਿਬ ਨੂੰ ਮਹਾਨ 22 ਪ੍ਰਚਾਰਕਾਂ ਦੀਆਂ ਮੰਜੀਆਂ ਥਾਪ ਕੇ ਤਿਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤਿ ਤੇ ਗੁਰਸਿੱਖੀ ਦੇ ਪ੍ਰਚਾਰ ਹਿੱਤ ਭੇਜਿਆ। ਉਸ ਵੇਲੇ ਦੀਆਂ ਫੈਲੀਆਂ ਭੈੜੀਆਂ ਕੁਰੀਤੀਆਂ, ਸਤੀ ਪ੍ਰਥਾ, ਪਰਦਾ ਪ੍ਰਥਾ, ਵਿਧਵਾ ਵਿਵਾਹ ਜਾਂ ਧਰਮ ਸਥਾਨਾਂ ਤੇ ਲਾਏ ਹੋਏ ਜਜੀਏ ਦਾ ਸਤਿਗੁਰਾਂ ਨੇ ਵਿਰੋਧ ਕੀਤਾ ਔਰ ਇਹ ਕੁਰੀਤੀਆਂ ਲੋਕਾਂ ਚੋਂ ਦੂਰ ਕੀਤੀਆਂ। ਜਾਤੀ ਅਭਿਮਾਨ ਦੇ ਕੋੜ ਦੇ ਥੱਲੇ ਦੱਬੇ ਹੋਏ ਮਨੁੱਖਾਂ ਨੂੰ ਬਾਹਰ ਕੱਢਣ ਲਈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਪ੍ਰਗਟ ਕੀਤਾ ਕਿ ਭਾਈ ਪਹਿਲਾਂ ਪੰਗਤ 'ਚ ਬਹਿ ਕੇ ਭੋਜਨ ਛਕੋ, ਫਿਰ ਸਾਡੇ ਦਰਸ਼ਨਾਂ ਨੂੰ ਆਓ। ਗੋਇੰਦਵਾਲ ਸਾਹਿਬ ਪਵਿੱਤਰ ਨਗਰ ਵਿੱਚ
ਵਿਸਾਖੀ ਦਾ ਪੁਰਬ ਮਨਾਉਣ ਦੀ ਮਰਿਆਦਾ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਾਰੰਭ ਕੀਤੀ। 84 ਪੌੜੀਆਂ ਵਾਲੀ ਪਵਿੱਤਰ ਪਾਵਨ ਬਾਉਲੀ ਦੀ ਰਚਨਾ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ। ਐਸੇ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਜੀ, ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦੀ ਜੁਗਤ, ਸੇਵਾ ਕਰਨ ਦਾ ਪ੍ਰਕਾਰ ਦੱਸਿਆ ਕਿ ਐ ਗੁਰਮੁਖੋ ਪਿਆਰਿਓ, ਸੇਵਾ ਕਿਵੇਂ ਕਰਨੀ ਹੈ ਸਤਿਗੁਰਾਂ ਦੀ। ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ। ਇਹ ਸੇਵਾ ਕਰਨ ਦਾ ਪ੍ਰਕਾਰ ਜਗਤ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੱਸਦੇ ਨੇ। ਕੁੱਲ ਜਗਤ ਦਾ ਦਰਦ ਆਪਣੇ ਹਿਰਦੇ 'ਚ ਲੈ ਕੇ ਪੂਰੇ ਸੰਸਾਰ ਤੇ ਵਿਸ਼ਵ ਦੀ ਇੱਕ ਵਿਸ਼ਵ ਵਿਆਪੀ ਅਰਦਾਸ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਪ੍ਰਚੰਡ ਕੀਤੀ। ਔਰ ਉਹ ਵਿਸ਼ਵ ਵਿਆਪੀ ਅਰਦਾਸ ਕਰਦਿਆਂ ਗੁਰਦੇਵ ਨੇ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ। ਇਹ ਵਿਸ਼ਵ ਵਿਆਪੀ ਅਰਦਾਸ ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੈ, ਇਹ ਹਰ ਸਮੇਂ ਸਾਰੇ ਵਿਸ਼ਵ ਦੀ ਅਗਵਾਈ ਕਰਦੀ ਹੈ। ਸਾਰੇ ਸੰਸਾਰ ਦੀ ਅਗਵਾਈ ਕਰਨ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਪੁਕਾਰ ਹੈ। ਐਸੇ ਤੀਸਰੇ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਪਰਮ ਕਿਰਪਾਲੂ ਸਤਿਗੁਰੂ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ, ਜਿਨ੍ਹਾਂ ਦੀ ਸਿਫਤ ਕਰਦਿਆਂ ਭੱਟ ਸਾਹਿਬਾਨ ਲਿਖਦੇ ਨੇ, ਜਾਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿਠੇ ਮਿਲ ਹੈ। ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤਿਆਂ ਹੀ ਪ੍ਰਾਪਤ ਹੋ ਜਾਂਦੇ ਹਨ। ਮਹਾਰਾਜ ਜੀ ਦੇ ਦਰਸ਼ਨ ਪਰਸਿਆਂ ਹੀ ਇਹਨਾਂ ਸਰਬ ਪ੍ਰਕਾਰ ਦੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਗਰੀਬ ਨਵਾਜ ਜਿਨ੍ਹਾਂ ਦੀ ਸਿਫਤ ਕਰਦਿਆਂ ਫਿਰ ਕਹਿੰਦੇ, ਘਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਾਵ ਸਾਸ ਕਿਰਣੇ। ਸਾਰੀਆਂ ਚੀਜ਼ਾਂ ਗਿਣੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ। ਰਾਵ ਸਾਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਕਹਿੰਦੇ ਗਿਣੀਆਂ ਨਹੀਂ ਜਾ ਸਕਦੀਆਂ, ਪਰ ਜੇ ਕੋਈ ਗਿਣ ਲਵੇ, ਕਹੇ ਵੀ ਹਾਂ ਗਿਣ ਲਿਆ, ਅੰਤ ਪੈ ਗਿਆ, ਅਸੀਂ ਮੰਨ ਸਕਦੇ ਹਾਂ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੇ ਜੋ ਗਾਵੇ। ਹਾਲਾਂਕਿ ਦੱਸਿਆ ਨਹੀਂ ਜਾ ਸਕਦਾ ਇਹਦੇ ਬਾਰੇ, ਪਰ ਇਹਦੇ ਬਾਰੇ ਵੀ ਕੋਈ ਗਾ ਸਕਦਾ ਤਾਂ ਅਸੀਂ ਮੰਨ ਲਵਾਂਗੇ। ਪਰ ਹੇ ਗੁਰੂ ਅਮਰਦਾਸ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਤੁਹਾਡੇ ਗੁਣ ਸੰਪੂਰਨ ਰੂਪ ਵਿੱਚ ਕਥਨ ਨਹੀਂ ਕੀਤੇ ਜਾ ਸਕਦੇ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਏ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਕਥਾ ਅਕਥ ਹੈ ਮਹਾਰਾਜ ਦਇਆਨਿਧ ਸੁਆਮੀ ਜੀ, ਇੱਕ ਰਸਨਾ ਤੋਂ ਬਿਆਨ ਨਹੀਂ ਹੋ ਸਕਦੀ। ਇਤਨਾ ਤਰਸ, ਇਤਨੀ ਦਇਆ ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ ਕਿ ਜੇ ਇੱਕ ਵਿਧਵਾ ਦੀ, ਇਹ ਵਿਧਵਾ ਦਾ ਬਾਲਕ ਸ਼ਾਂਤ ਹੋ ਜਾਂਦਾ ਹੈ ਤੇ ਮੇਰੇ ਪਾਤਸ਼ਾਹ ਉਹਦੇ ਤੇ ਤਰਸ ਕਰਕੇ ਹੁਕਮ ਕਰਦੇ ਆ, ਧਰਮ ਰਾਜੇ ਜਦੋਂ ਤੱਕ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਹਾਂ, ਤੇਰੇ ਦੂਤ ਸਾਡੀ ਇਸ ਨਗਰੀ 'ਚ ਨਹੀਂ ਆਉਣੇ ਚਾਹੀਦੇ। ਇਤਨੇ ਦਿਆਲੂ ਹਨ, ਇਤਨੇ ਕਿਰਪਾਲੂ ਹਨ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਕੋਮਲਤਾ ਦੀ ਹੱਦ ਨੇ। ਮੇਰੇ ਸਾਹਿਬ ਦਾ ਹਿਰਦਾ ਇਤਨੀ ਨਿਰਵਾਣਤਾ ਨਾਲ ਭਰਿਆ ਹੋਇਆ ਹੈ। ਜੇ ਗੁਰੂ ਅੰਗਦ ਸਾਹਿਬ ਦਾ ਪੁੱਤ ਬਾਬਾ ਦਾਤੂ ਗੋਇੰਦਵਾਲ ਸਾਹਿਬ ਆਇਆ, ਮਾੜੀ ਸੰਗਤ ਦੇ ਪ੍ਰਭਾਵ ਕਰਕੇ ਕਿਸੇ ਨੇ ਗਲਤ ਗਾਈਡ ਕਰ ਦਿੱਤਾ। ਜਦੋਂ ਗੋਇੰਦਵਾਲ ਸਾਹਿਬ ਆਏ, ਮਹਾਰਾਜ ਜੀ ਦਾ ਪ੍ਰਤਾਪ ਵੇਖਿਆ, ਪਾਤਸ਼ਾਹ ਗੁਰਗੱਦੀ ਤੇ ਬੈਠੇ ਨੇ, ਬਾਬਾ ਦਾਤੂ ਆਇਆ, ਵੇਖ ਕੇ ਜਰਿਆ ਨਹੀਂ ਗਿਆ ਸਤਿਗੁਰਾਂ ਦਾ ਪ੍ਰਤਾਪ। ਇਹ ਤਾਂ ਸਾਡੇ ਘਰ ਦਾ ਪਾਣੀ ਢੋਣ ਵਾਲਾ ਸੀ, ਅੱਜ ਗੱਦੀ ਦਾ ਮਾਲਕ ਬਣ ਕੇ ਬੈਠਾ ਹੈ। ਇਹ ਨਗਰ ਸਾਡਾ ਹੈ, ਸਾਡੇ ਪਿਤਾ ਦੇ ਹੁਕਮ ਨਾਲ ਵਸਿਆ। ਆ ਕੇ ਗੁਰੂ ਅਮਰਦਾਸ ਸਾਹਿਬ ਕੋਲ ਪਹੁੰਚਦਿਆਂ ਹੀ ਮਹਾਰਾਜ ਜੀ ਦੀ ਛਾਤੀ ਵਿੱਚ ਛਾਤੀ ਤੇ ਵੱਖੀ ਦੇ ਵਿਚਕਾਰ ਜਿਹੜੀਆਂ ਪਸਲੀਆਂ ਹੁੰਦੀਆਂ, ਇੱਥੇ ਲੱਤ ਮਾਰੀ। ਮਹਾਰਾਜ ਜੀ ਦਾ ਬਿਰਧ ਤਨ ਸੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦਾ। ਗੁਰਦੇਵ ਛੱਲੇ ਭੁੰਜਿਆਂ ਡਿੱਗ ਪਏ। ਡਿੱਗਦਿਆਂ ਸਾਰ ਵੇਖਿਆ ਬਾਬਾ ਦਾਤੂ ਜੀ ਆਏ ਨੇ, ਚਰਨ ਫੜ ਲਿਆ। ਚਰਨ ਨੂੰ ਆਪਣੇ ਹੱਥਾਂ ਨਾਲ ਇੱਦਾਂ ਝੱਸਦੇ ਆ ਗੁਰੂ ਅਮਰਦਾਸ ਮਹਾਰਾਜ।
ਇਤਨੀ ਨਿਮਰਤਾ ਕਿ ਚਰਨ ਨੂੰ ਆਪਣੇ ਹੱਥਾਂ ਨਾਲ ਝੱਸਦਿਆਂ ਕਹਿੰਦੇ ਐ, ਇੱਕ ਤੋਂ ਬੈ ਤੇ ਬਿਰਧ ਭਇਓ ਹੋ, ਦੁਤੀਆ ਸੇਵਾ ਕਰਤ ਰਹਿਓ ਹੋ। ਬਾਬਾ ਦਾਤੂ ਜੀ, ਇਹ ਬੁੱਢੀਆਂ ਹੱਡੀਆਂ ਬੜੀਆਂ ਸਖਤ ਨੇ, ਉਮਰ ਲੰਮੇਰੀ ਹੈ। ਮੈਂ ਸਰੀਰ ਨਾਲ ਕੰਮ ਬਹੁਤਾ ਕੀਤਾ, ਇਸ ਕਰਕੇ ਹੱਡ ਬੜੇ ਮਜ਼ਬੂਤ ਨੇ ਸਰੀਰ ਦੇ। ਆਪ ਜੀ ਦਾ ਚਰਨ ਬੜਾ ਕੂਲਾ ਤੇ ਕੋਮਲ ਹੈ ਬਾਬਾ ਜੀ, ਕਿਤੇ ਇਹਨਾਂ ਹੱਡੀਆਂ 'ਚ ਵੱਜ ਕੇ ਇਹਦੇ 'ਚ ਪੀੜਾ ਤਾਂ ਨਹੀਂ ਹੋਈ, ਇਹਦੇ 'ਚ ਦਰਦ ਤਾਂ ਨਹੀਂ ਹੋਇਆ। ਚੰਗਾ ਕੀਤਾ ਹੈ ਤੁਸੀਂ ਮੈਨੂੰ ਲੱਤ ਮਾਰ ਕੇ ਮੈਨੂੰ ਮੇਰੀ ਔਕਾਤ ਚੇਤੇ ਕਰਾਈ ਹੈ। ਮੈਂ ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕੀਤਾ, ਤੁਸੀਂ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਹੋ, ਤੁਸੀਂ ਮੈਨੂੰ ਸਜ਼ਾ ਦਿੱਤੀ ਹੈ। ਇਹੋ ਜਿਹੇ ਮਹਾਨ ਸਤਿਗੁਰੂ ਆਖਿਆ, ਦੱਸੋ ਬਾਬਾ ਜੀ ਮੇਰੇ ਲਈ ਹੁਕਮ ਕੀ ਆਖਿਆ? ਸਾਡਾ ਨਗਰ ਆ, ਛੱਡ ਕੇ ਚਲਾ ਜਾ। ਪੈਰਾਂ 'ਚ ਜੋੜਾ ਤੱਕ ਨਹੀਂ ਪਾਇਆ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ। ਰਾਤ ਦਾ ਵੇਲਾ ਬਿਨਾਂ ਕਿਸੇ ਸਿੱਖ ਨੂੰ ਦੱਸਿਆ ਨੰਗੇ ਪੈਰੀਂ ਚੱਲ ਕੇ ਮਹਾਰਾਜ ਜੀ ਬਾਸਰ ਕੇ ਪਿੰਡ ਆ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਹੈ। ਦਰਵਾਜ਼ਾ ਬੰਦ ਕਰ ਲਿਆ, ਦਰਵਾਜ਼ੇ ਦੇ ਉੱਤੇ ਬਾਹਰ ਲਿਖ ਦਿੱਤਾ, ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹਦਾ ਦੋਹਾਂ ਜਹਾਨਾਂ 'ਚ ਮੂੰਹ ਕਾਲਾ। ਇਹ ਦਰਵਾਜ਼ਾ ਨਹੀਂ ਖੋਲ੍ਹਣਾ ਕਿਸੇ ਨੇ, ਜਿਹੜਾ ਖੋਲ੍ਹੇਗਾ ਉਹਦੇ 'ਤੇ ਸ਼ਬਦ ਲਾਗੂ ਹਨ। ਸੰਗਤ ਵਿਆਕੁਲ ਹੋ ਗਈ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ। ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਬਾਬਾ ਜੀ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਨਹੀਂ ਪਏ ਹੁੰਦੇ, ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਿਨਾਂ ਸੰਗਤ ਆਕੁਲ ਬਿਕੁਲ ਹੈ, ਨਹੀਂ ਰਹਿ ਰਹੇ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ। ਬਾਬਾ ਜੀ ਤੁਹਾਨੂੰ ਗੁਰੂ ਬਾਬਾ ਜੀ ਨੇ ਬਚਨ ਕਿਹਾ ਸੀ, ਬੁੱਢਿਆ ਤੇਰੀਆਂ ਅੱਖਾਂ ਤੋਂ ਓਹਲੇ ਨਾ ਹੋਸਾਂ। ਤੁਸੀਂ ਕਿਰਪਾ ਕਰਕੇ ਵੇਖੋ ਕਿੱਥੇ ਨੇ ਗੁਰੂ ਅਮਰਦਾਸ ਜੀ ਮਹਾਰਾਜ। ਧੰਨ ਬਾਬਾ ਬੁੱਢਾ ਸਾਹਿਬ ਨੇ ਦਰਸ਼ਨ ਕਰ ਲਏ, ਜਾਣ ਲਿਆ ਕਿੱਥੇ ਨੇ, ਪਰ ਕਿਤੇ ਮੇਰੀ ਸੋਭਾ ਨਾ ਹੋਵੇ ਇਹਨੇ ਗੁਰੂ ਕੇ ਸਿੱਖ, ਕਿਤੇ ਮੇਰੀ ਵਡਿਆਈ ਨਾ ਹੋਵੇ ਜੇ ਮੈਂ ਦੱਸ ਦਿੱਤਾ। ਆਖਿਆ ਮੈਂ ਕਿਵੇਂ ਦੱਸਾਂ, ਦੱਸੋ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਵਿੱਚ ਕੀ ਹੈ? ਕਿਹਾ ਇੱਕ ਘੋੜੀ ਰਹਿ ਗਈ ਹੈ, ਬਾਕੀ ਤਾਂ ਸਾਰਾ ਕੁਝ ਬਾਬਾ ਦਾਤੂ ਲੁੱਟ ਪੁੱਟ ਕੇ ਲੈ ਗਿਆ। ਉਹ ਘੋੜੀ ਨੇ ਚੜ੍ਹਨ ਨਹੀਂ ਦਿੱਤਾ ਆਪਣੇ ਆਪ ਤੇ। ਕਹਿੰਦੇ ਫਿਰ ਉਸੇ ਨੂੰ ਕਾਠੀ ਪਾ ਕੇ ਸ਼ਿੰਗਾਰੋ ਤੇ ਅਰਦਾਸ ਕਰੋ ਵੀ ਤੂੰ ਹੀ ਲੈ ਕੇ ਚੱਲ, ਕਿੱਥੇ ਨੇ ਤੇਰੇ ਸੁਆਮੀ। ਕਹਿੰਦੇ ਘੋੜੀ ਟੁਰ ਪਈ, ਚੱਲ ਕੇ ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਪਹੁੰਚੀ, ਪਰਿਕਰਮਾ ਕੀਤੀ ਕੋਠੇ ਦੀ, ਉੱਥੇ ਬਹਿ ਗਈ। ਵੇਖਿਆ ਸਭ ਨੇ ਵੀ ਇਹ ਇੱਥੇ ਹੀ ਨੇ ਸਤਿਗੁਰੂ ਜੀ, ਪਰ ਜਦੋਂ ਦਰਵਾਜ਼ੇ ਤੇ ਪੰਕਤੀਆਂ ਲਿਖੀਆਂ ਵੇਖੀਆਂ ਫਿਰ ਸਾਰੇ ਪਿੱਛੇ ਹਟ ਖਲੋਤੇ ਵੀ ਹੁਣ ਦਰਵਾਜ਼ਾ ਕੌਣ ਖੋਲੇ। ਗੁਰੂ ਅਮਰਦਾਸ ਸਾਹਿਬ ਦੇ ਬਚਨ ਬੜੇ ਕਰੜੇ ਹਨ। ਫਿਰ ਸੰਗਤ ਨੇ ਆਖਿਆ, ਬਾਬਾ ਜੀ ਗੁਰਮੁਖਾਂ ਕੋਲ ਜੁਗਤੀਆਂ ਹੁੰਦੀਆਂ ਨੇ, ਕਿਰਪਾ ਕਰੋ ਤੁਸੀਂ। ਤੋ ਬਾਬਾ ਜੀ ਨੇ ਕੋਠੇ ਦੇ ਪਿਛਲੇ ਪਾਸਿਓਂ ਸੰਨ ਲਾਈ, ਸੰਨ ਲਾ ਕੇ ਅੰਦਰ ਆਏ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਪਾਤਸ਼ਾਹ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਸਾਡਾ ਬਚਨ ਨਹੀਂ ਪੜਿਆ ਬਾਹਰ। ਮਹਾਰਾਜ ਪੜਿਆ ਹੈ, ਪਾਲਿਆ ਨਹੀਂ ਮਹਾਰਾਜ, ਪਾਲਿਆ ਵੀ ਹੈ। ਮੈਂ ਦਰਵਾਜ਼ਾ ਖੋਲ ਕੇ ਨਹੀਂ ਆਇਆ, ਮੈਂ ਪਿੱਛੋਂ ਸੰਨ ਲਾ ਕੇ ਆਇਆ ਮੇਰੇ ਪਾਤਸ਼ਾਹ। ਮਹਾਰਾਜ ਜੀ ਹੱਸ ਪਏ, ਆਖਿਆ ਬਾਬਾ ਜੀ ਜਿਸ ਸੰਨ ਚੋਂ ਤੁਸੀਂ ਲੰਘੇ ਜੇ, ਜਿਹੜਾ ਇਸ ਸੰਨ ਚੋਂ ਗੁਜ਼ਰੇਗਾ ਮੁੜ ਕੇ ਉਸ ਨੂੰ ਜਨਮ ਮਰਨ ਚੋਂ ਨਹੀਂ ਗੁਜ਼ਰਨਾ ਪਵੇਗਾ। ਦਰਵਾਜ਼ਾ ਖੋਲਿਆ, ਬਾਹਰ ਆ ਕੇ ਦਰਸ਼ਨ ਦਿਦਾਰੇ ਦਿੱਤੇ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਸੋਭਾ ਜਿਨ੍ਹਾਂ ਦੀ ਉਪਮਾ ਉਹਨਾਂ ਨੂੰ ਹੀ ਬਣਾਉਂਦੀ ਹੈ। ਐਸੇ ਮਹਾਨ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਆਨੰਦਪੁਰ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਪਹੁੰਚੇ ਨੇ, ਵਧਾਈਆਂ ਦੇ ਰਹੇ ਨੇ ਗੁਰਸਿੱਖ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੇ ਗ੍ਰਹਿ ਮੰਦਰ ਬਣਿਆ। ਚਾਅ ਮਨ 'ਚ ਚੜਿਆ ਹੋਇਆ, ਕਲਗੀਆਂ ਵਾਲੇ ਪਾਤਸ਼ਾਹ ਆਏ ਨੇ। 4 ਸਾਲ ਦਾ ਸਮਾਂ ਥੋੜ੍ਹਾ ਸਮਾਂ ਨਹੀਂ ਹੁੰਦਾ। ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ 4 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਦਰਸ਼ਨ ਕੀਤਿਆਂ। ਜਦੋਂ ਮੇਰੇ ਸਾਹਿਬ ਗਏ ਸੀ 18-19 ਸਾਲਾਂ ਦੇ ਨੇੜੇ ਉਮਰ ਸੀ, ਹੁਣ ਜਦੋਂ ਪਰਤੇ ਨੇ 22-23 ਸਾਲ ਦੇ ਨੇੜੇ ਉਮਰਾ ਹੈ। ਵਾਪਸ ਆਏ ਨੇ ਤੇ ਸੰਗਤਾਂ 'ਚ ਚਾਅ ਹੈ, ਸਿੱਖਾਂ ਦੇ ਹਿਰਦਿਆਂ 'ਚ ਵਧਾਈਆਂ ਵੱਜ ਰਹੀਆਂ ਨੇ। ਹਰ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਵਧਾਈ ਦਿੰਦਾ ਹੈ। ਗੁਰਸਿੱਖਾਂ ਮਾਨ ਵਧਾਈਆਂ, ਗੁਰਸਿੱਖੋ ਵਧਾਈਆਂ ਹਨ।
ਵਧਾਈਆਂ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਏ ਹਨ। ਕਰੀ ਮਾਰਜਨ ਸਭ ਗਰੀ ਛਿਰਕਾਓ ਵਿਸਾਲਾ। ਖਾਲਸਾ ਜੀ, ਦੁਨੀਆ ਵਿੱਚ ਹਰ ਇੱਕ ਸ਼ੈ ਦਾ ਮੁੱਲ ਹੋ ਸਕਦਾ, ਪਰ ਸ਼ਰਧਾ ਦਾ ਕੋਈ ਮੁੱਲ ਨਹੀਂ ਹੈ। ਸ਼ਰਧਾ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਗੁਰਸਿੱਖਾਂ ਨੇ ਕਲਗੀਧਰ ਦੇ ਆਉਣ ਦੀ ਖਬਰ ਸੁਣੀ, ਪਤਾ ਪਹੁੰਚ ਗਿਆ ਪਹਿਲਾਂ ਵੀ ਕੀਰਤਪੁਰੋਂ ਟੁਰ ਪਏ ਨੇ। ਸਿੱਖਾਂ ਨੇ ਜਿਹੜੀਆਂ ਗਲੀਆਂ 'ਚ ਮੇਰੇ ਸਾਹਿਬਾਂ ਲੰਘਣਾ ਨਾ, ਉਹਨਾਂ ਗਲੀਆਂ ਵਿੱਚ ਝਾੜੂ ਫੇਰਿਆ ਹੈ। ਝਾੜੂ ਫੇਰ ਕੇ ਗਲੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਹੈ। ਫਿਰ ਉਹਨਾਂ ਗਲੀਆਂ ਦੇ ਵਿੱਚ ਜਲ ਛਿੜਕਿਆ ਤੇ ਜਲ ਵਿੱਚ ਸੁਗੰਧੀਆਂ ਪਾ ਕੇ ਉਹਦਾ ਛਿੜਕਾਓ ਕੀਤਾ ਹੈ। ਹਾਂਜੀ, ਮੰਗਲ ਨਾਨਾ ਭਾਂਤ ਕੇ ਗੁੰਦਤ ਗਨ ਮਾਲਾ। ਗਲੀਆਂ 'ਚ ਛਿੜਕਾਓ ਕੀਤਾ ਗੁਲਾਬ ਦਾ, ਛਿੜਕਾਓ ਕੀਤਾ ਚੰਦਨ ਦਾ, ਸੁਗੰਧੀਆਂ ਵਾਲੀਆਂ ਵਸਤੂਆਂ ਦਾ ਚਰਚਣ ਕੀਤਾ। ਸਾਰੀਆਂ ਗਲੀਆਂ ਮਹਿਕ ਉੱਠੀਆਂ ਨੇ। ਔਰ ਇਸੇ ਤਰ੍ਹਾਂ ਮੰਗਲ ਨਾਨਾ ਭਾਂਤ ਕੇ, ਨਾਨਾ ਪ੍ਰਕਾਰ ਦੇ ਮੰਗਲ ਹੋ ਰਹੇ ਨੇ। ਮੰਗਲ ਸਾਜ ਭਿਆ, ਕਹਿੰਦੇ ਇਹੋ ਜਿਹੇ ਮੰਗਲ ਆਨੰਦ ਹੋ ਰਹੇ ਨੇ। ਗੁੰਦਤ ਗਨ ਮਾਲਾ, ਗੁਰਸਿੱਖ ਮਲਾਵਾਂ ਗੁੰਦ ਰਹੇ ਨੇ ਤੇ ਮਲਾਵਾਂ ਗੁੰਦ ਗੁੰਦ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਤਿਆਰ ਕਰ ਰਹੇ ਨੇ। ਹੋਤ ਹਜ਼ਾਰਨ ਕੋ ਅਧਿਕ ਪੰਚਾਮ੍ਰਿਤ ਰੂਰਾ। ਔਰ ਹਜ਼ਾਰਾਂ ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ। ਗੁਰੂ ਕੇ ਲੰਗਰਾਂ ਵਿੱਚ ਵੀ ਗੁਰਸਿੱਖ ਵੀ ਆਪੋ ਆਪਣਿਆਂ ਘਰਾਂ ਵਿੱਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰ ਰਹੇ ਨੇ। ਨੌਮ ਗੁਰੂ ਕੇ ਦੇਹੋਰੇ ਨੋਬਤ ਬਜ ਤੂਰਾ। ਮਹਾਰਾਜ ਨੌਵੇਂ ਪਾਤਸ਼ਾਹ ਦਾ ਜਿਹੜਾ ਦਿਉਰਾ ਹੈ, ਜਿੱਥੇ ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਹੋਇਆ ਹੈ, ਉੱਥੇ ਨੌਬਤ ਵੱਜ ਰਹੀ ਹੈ, ਉੱਥੇ ਸ਼ਹਿਨਾਈ ਵੱਜ ਰਹੀ ਹੈ, ਉੱਥੇ ਛੋਟੇ ਨਗਾਰੇ ਵੱਜ ਰਹੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉੱਥੇ ਆਉਣਾ। ਪਿਤਾ ਜੀ ਦੇ ਪਾਵਨ ਸੀਸ ਦੇ ਸੰਸਕਾਰ ਵਾਲੇ ਸਥਾਨ ਤੇ ਦਿਉਰੇ ਤੇ ਆਉਣਾ ਹੈ। ਨਿਕਸੇ ਨਰ ਸਮੁਦਾਇ ਹੋਏ ਲੇਵਨ ਹਿਤ ਆਗੇ। ਆਨੰਦਪੁਰ ਸਾਹਿਬ ਦੇ ਵਾਸੀ ਨਗਰੋਂ ਬਾਹਰ ਆਏ ਨੇ ਮਹਾਰਾਜ ਜੀ ਨੂੰ ਲੈਣ ਲਈ, ਸਤਿਗੁਰਾਂ ਨੂੰ ਜਿਉ ਆਇਆ ਕਹਿਣ ਲਈ। ਕਿਸੇ ਨੇ ਹੱਥਾਂ ਵਿੱਚ ਫੁੱਲਾਂ ਦੀ ਮਾਲਾ ਫੜੀ ਹੈ, ਕਿਸੇ ਨੇ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਵੀ ਸਤਿਗੁਰੂ ਆਉਣਗੇ ਉੱਤੇ ਵਰਖਾ ਕਰਾਂਗੇ। ਖਾਲਸਾ ਜੀ, ਭਾਵਨਾ ਸਭ ਦੀ ਵੱਖੋ ਵੱਖਰੀ ਹੈ। ਹਰ ਇੱਕ ਦੀ ਭਾਵਨਾ ਗੁਰੂ ਸਾਹਿਬ ਜੀ ਪ੍ਰਤੀ ਵੱਖਰੀ ਹੈ, ਪਰ ਇੱਕ ਦੀ ਭਾਵਨਾ ਦੂਜੇ ਤੇ ਅਸੀਂ ਨਹੀਂ ਥੋਪ ਸਕਦੇ। ਸਭ ਦੇ ਆਪੋ ਆਪਣੇ ਭਾਵ ਨੇ ਵਿਅਕਤ ਕਰਨ ਦੇ, ਪ੍ਰੇਮ ਪ੍ਰਗਟ ਕਰਨ ਦੇ ਤਰੀਕੇ ਵੱਖਰੋ ਵੱਖਰੇ ਨੇ। ਇੱਕ ਮਹਾਂਪੁਰਸ਼ ਨੇ ਤਾਂ ਇਸ ਤਰ੍ਹਾਂ ਵੀ ਕਿਹਾ, ਹੇ ਮਹਾਰਾਜ, ਹੇ ਅਕਾਲ ਪੁਰਖ ਜੀਓ, ਮਹਾਰਾਜ ਮੈਂ ਆਪ ਜੀ ਨੂੰ ਕੀ ਫੁੱਲ ਭੇਟ ਕਰਾਂ। ਇਹ ਦੁਨੀਆ ਵਿੱਚ ਜਿਤਨੀ ਬਨਸਪਤੀ ਵਿੱਚ ਜਿਤਨੇ ਵੀ ਫੁੱਲ ਨੇ ਮਹਾਰਾਜ, ਉਹ ਸਾਰੇ ਫੁੱਲ ਮੈਂ ਆਪ ਜੀ ਨੂੰ ਭੇਟ ਕਰਦਾ। ਉਹ ਬੂਟਿਆਂ ਤੇ ਲੱਗੇ ਲਗਾਏ ਆਪ ਜੀ ਸਵੀਕਾਰ ਕਰੋ। ਉਹ ਦਰਖਤਾਂ ਤੇ, ਪੌਦਿਆਂ ਤੇ, ਬੂਟਿਆਂ ਤੇ ਲੱਗੇ ਲਗਾਏ ਉਹ ਜਿਹੜੇ ਫੁੱਲ ਨੇ, ਉਹ ਸਾਰੇ ਬਨਸਪਤੀ ਵਿੱਚ ਜਿਤਨੇ ਵੀ ਫੁੱਲ ਨੇ, ਪੁਸ਼ਪ ਨੇ, ਉਹ ਇਸੇ ਤਰ੍ਹਾਂ ਬਣੇ ਬਣਾਏ ਲੱਗੇ ਲਗਾਏ ਮੈਂ ਆਪ ਜੀ ਨੂੰ ਭੇਟ ਕਰਦਾ, ਆਪ ਜੀ ਸਵੀਕਾਰ ਕਰੋ। ਇਹੋ ਜੀ ਭਾਵਨਾ ਵੀ ਹੈ ਬਹੁਤਿਆਂ ਦੀ। ਤੋ ਕਹਿੰਦੇ ਗੁਰਸਿੱਖ ਚੱਲ ਕੇ ਆਏ ਮਹਾਰਾਜ ਜੀ ਦੀ ਆਓ ਭਗਤ ਕਰਨ ਲਈ। ਲੈ ਲੈ ਰੁਚਰਿਆ ਕੋਰ ਕੋ ਦਰਸ਼ਨ ਅਨੁਰਾਗੇ। ਸੋਹਣੀਆਂ ਭਟਾਵਾਂ ਲੈ ਕੇ ਆਏ ਗੁਰਸਿੱਖ। ਜਿਹੋ ਜਿਹੋ ਜਿਹਾ ਕਿਸੇ ਦਾ ਪਿਆਰ ਸੀ ਉਹਦੇ ਮੁਤਾਬਕ ਭਟਾਵਾਂ ਲੈ ਕੇ ਆਏ ਦਰਸ਼ਨ ਕਰਨ ਲਈ। ਦੇਖ ਦੂਰ ਆਗਮਨ ਕੋ ਦਲ ਸੰਗ ਵਿਸਾਲਾ। ਮਹਾਰਾਜ ਜੀ ਨਾਲ ਬੇਅੰਤ ਫੌਜਾਂ ਦੂਰ ਤੱਕ ਸੰਗਤ ਨੇ ਵੇਖੀਆਂ ਨੇ। ਬਿਸਮਤ ਵਧਿਓ ਪ੍ਰਤਾਪ ਬਹੁ ਜਨ ਵੱਡ ਮਈ ਪਾਲਾ। ਕਹਿੰਦੇ ਸਭ ਹੈਰਾਨ ਨੇ ਕਿ ਜਦੋਂ ਗਏ ਸਨ ਉਦੋਂ ਇੰਨੀ ਫੌਜ ਨਹੀਂ ਸੀ, ਵਾਪਸ ਆਏ ਨੇ ਤੇ 4 ਗੁਣਾ ਫੌਜਾਂ ਮਹਾਰਾਜ ਜੀ ਦੇ ਨਾਲ। ਕਹਿੰਦੇ ਕਿਸੇ ਮਹਾਰਾਜੇ ਤੋਂ, ਕਿਸੇ ਚੱਕਰਵਰਤੀ ਬਾਦਸ਼ਾਹ ਤੋਂ ਮਹਾਰਾਜ ਜੀ ਦੀ ਸੋਭਾ ਘੱਟ ਨਹੀਂ। ਕਈ ਕਹਿੰਦੇ ਚੱਕਰਵਰਤੀ ਬਾਦਸ਼ਾਹ ਕੀ ਨੇ, ਉਹ ਵੀ ਕੀ ਨੇ ਮੇਰੇ ਸਤਿਗੁਰੂ ਸੱਚੇ ਸਤਿਗੁਰਾਂ ਦੇ ਸਾਹਮਣੇ।
ਕਲਗੀਆਂ ਵਾਲੇ ਪਾਤਸ਼ਾਹ ਤਾਂ ਦੋਹਾਂ ਜਹਾਨਾਂ ਦੇ ਵਾਲੀ ਬਾਦਸ਼ਾਹ ਹਨ। ਬਾਜ ਤੇ ਆਵਤ ਧੁਨ ਵੱਡੀ ਰਣਜੀਤ ਨਗਾਰਾ। ਅੱਗੇ ਅੱਗੇ ਨਗਾਰਚੀ, ਮਹਾਰਾਜ ਜੀ ਦਾ ਨਗਾਰਚੀ ਹੈ ਭਾਈ ਲੱਖਾ। ਨਗਾਰਚੀ ਚੋਭਾਂ ਲਾ ਰਿਹਾ ਨਗਾਰੇ ਤੇ। ਅੱਗੇ ਅੱਗੇ ਨਗਾਰਾ ਵੱਜਦਾ ਆ ਰਿਹਾ ਰਣਜੀਤ ਨਗਾਰਾ। ਤੁਪਕ ਤੜਾਕੇ ਛੁੱਟਤੇ ਔਰ ਹਰਖ ਉਧਾਰਾ। ਮਹਾਰਾਜ ਜੀ ਦੀਆਂ ਤਿਆਰ ਬਰ ਤਿਆਰ ਜੰਗੀ ਫੌਜਾਂ, ਉਹ ਬੰਦੂਕਾਂ ਵਿੱਚ ਪਾ ਕੇ ਗੋਲੀਆਂ ਤਿਆਰ ਕਰਕੇ ਉੱਤੇ ਆਕਾਸ਼ ਵਿੱਚ ਮੂੰਹ ਕਰਕੇ ਬੰਦੂਕਾਂ ਦੇ, ਉਹ ਹਵਾ ਦੇ ਵਿੱਚ ਉਹਨਾਂ ਦੇ ਫੈਰ ਕੱਢਦੇ ਐ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ। ਖੁਸ਼ੀ ਨੂੰ ਜ਼ਾਹਰ ਕਰ ਰਹੇ ਨੇ। ਇਹ ਜੰਗੀ ਫੌਜਾਂ ਦੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਪ੍ਰਕਾਰ ਹੈ। ਔਰ ਜਨ ਸਗਰੇ ਧਾਏ ਕਰ ਜੋਰਤ ਜੁਗੇ ਹਾਥਾ। ਆਨੰਦਪੁਰ ਸਾਹਿਬ ਦੇ ਸਾਰੇ ਵਾਸੀ ਸਿੱਖ ਦੌੜ ਦੌੜ ਕੇ ਆਉਂਦੇ ਆ, ਇੱਕ ਦੂਜੇ ਤੋਂ ਮੂਹਰੇ ਆਉਂਦੇ ਆ। ਮੈਂ ਪਹਿਲਾਂ ਦਰਸ਼ਨ ਕਰ ਲਵਾਂ, ਮੈਂ ਸਾਹਿਬ ਦੇ ਦੀਦਾਰ ਕਰ ਲਵਾਂ। ਇੰਨਾ ਚਾਅ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ। ਅਭਿਵੰਦਨ ਕੋ ਕਰਤੇ ਦਰਸਤ ਜਗਨਾਥਾ। ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਭਿਵੰਦਨਾ ਕਰਦੇ ਨੇ। ਮਹਾਰਾਜ ਜੀ ਦੇ ਸੋਹਣੇ ਦਰਸ਼ਨ ਦੀਦਾਰ ਕਰਦੇ। ਜਗਤਨਾਥ ਸਤਿਗੁਰਾਂ ਦੇ ਦੀਦਾਰ ਕਰਦੇ ਹਨ। ਕੁਸ਼ਲ ਪ੍ਰਸ਼ਨ ਕਰ ਸਬਨ ਸੋ ਚਾਲੇ ਅਗਵਾਇਆ। ਸਾਰਿਆਂ ਨੂੰ ਮਹਾਰਾਜ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ। ਹਾਂ ਭਾਈ ਰਾਜੀ ਖੁਸ਼ੀ ਹੋ? ਉਹ ਅੱਗੋਂ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਨਾਲ ਹੁਣ ਤੱਕ ਖੁਸ਼ੀਆਂ ਨੇ, ਅੱਗੇ ਵੀ ਰਹਿਣਗੀਆਂ। ਆ ਗਏ ਹੋ ਆਪ ਜੀ ਮਹਾਰਾਜ, ਅੱਗੇ ਵੀ ਬਣੀਆਂ ਰਹਿਣਗੀਆਂ। ਏਦਾਂ ਸਭ ਨੂੰ ਹਾਲ ਚਾਲ ਪੁੱਛਦਿਆਂ ਮਹਾਰਾਜ ਜੀ ਚੱਲ ਰਹੇ ਨੇ। ਪ੍ਰਭ ਸ਼ੇ ਗੁਰੂ ਆਨੰਦਪੁਰ ਹੇਰਤ ਸਮੁਦਾਇਆ। ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ। ਇਹ ਉਹ ਪਵਿੱਤਰ ਨਗਰੀ ਹੈ ਸੰਸਾਰ ਦੇ ਵਿਸ਼ਵ ਦੇ ਕੋਨੇ-ਕੋਨੇ 'ਚ ਜਿੱਥੇ ਵੀ ਗੁਰਸਿੱਖ ਬੈਠਾ ਹੋਵੇ ਉਹ ਆਪਣੇ ਆਪ ਨੂੰ ਇਸੇ ਨਗਰੀ ਦਾ ਵਾਸੀ ਦੱਸਦਾ। ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ, ਆਨੰਦਪੁਰ ਸਾਹਿਬ ਦਾ ਵਸਿੰਦਾ ਹਾਂ। ਇਹ ਆਨੰਦਪੁਰ ਮੇਰੇ ਬਾਜਾਂ ਵਾਲੇ ਕਲਗੀਧਰ ਦੀ ਨਗਰੀ, ਉੱਥੇ ਸਾਡਾ ਜਨਮ ਹੋਇਆ ਖਾਲਸੇ ਦਾ। ਪੰਥ ਦਾ ਜਨਮ, ਖਾਲਸੇ ਦਾ ਜਨਮ ਆਨੰਦਪੁਰ ਸਾਹਿਬ ਹੋਇਆ। ਇਸ ਕਰਕੇ ਭਾਈ ਉੱਦਾਂ ਹਾਲ ਐਡਰੈਸ ਸਾਡੇ ਜਿੱਥੋਂ ਮਰਜ਼ੀ ਦੇ ਹੋਣ, ਪਰ ਸਾਡੀ ਜਨਮ ਭੂਮੀ ਉਹ ਸ੍ਰੀ ਆਨੰਦਪੁਰ ਸਾਹਿਬ ਹੀ ਹੈ। ਸੋ ਐਸੀ ਆਨੰਦਪੁਰੀ ਵਿੱਚ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ। ਆਨੰਦਪੁਰ ਸਾਹਿਬ ਦੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ। ਉਤਰੇ ਸਤਿਗੁਰ ਪ੍ਰਥਮਈ ਪਦ ਕਮਲ ਪਿਆਨੇ। ਮਹਾਰਾਜ ਜੀ ਜਦੋਂ ਨਗਰ ਦੇ ਕੋਲ ਆਏ ਤੇ ਹਾਥੀ ਤੋਂ ਥੱਲੇ ਲੱਥ ਗਏ। ਸੰਗਤ ਲਈ ਪਰੇਸ਼ਾਨੀ ਨਾ ਹੋਵੇ, ਥੱਲੇ ਉਤਰ ਕੇ ਮਹਾਰਾਜ ਜੀ ਪੈਦਲ ਚੱਲ ਪਏ। ਨਾਲੇ 9ਵੇਂ ਪਾਤਸ਼ਾਹ ਦੇ ਸਥਾਨ ਦੇ ਯਾਤਰਾ ਨੂੰ ਜਾਣਾ ਹੈ। ਪਿਤਾ ਗੁਰੂ ਜੀ ਦੇ ਸਥਾਨ ਦੇ ਸਤਿਕਾਰ ਵਜੋਂ, ਅਦਬ ਵਜੋਂ ਮਹਾਰਾਜ ਜੀ ਹਾਥੀ ਤੋਂ ਉਤਰੇ ਨੇ ਔਰ ਪੈਦਲ ਚੱਲ ਪਏ। ਭਾਈ ਸਾਹਿਬ ਕਹਿੰਦੇ ਜੋੜਾ ਵੀ ਲਾ ਦਿੱਤਾ ਪੈਰੋਂ ਕਿ ਪਿਤਾ ਜੀ ਦੇ ਸਥਾਨ ਤੇ ਜਾਣਾ। 9ਵੇਂ ਪਾਤਸ਼ਾਹ ਦੇ ਦਰਬਾਰ ਦਾ ਸਤਿਕਾਰ। ਉਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਨਹੀਂ ਹੋਣਾ ਉੱਥੇ ਜਦੋਂ ਜਾ ਰਹੇ ਨੇ, ਜਾਂ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਪ੍ਰਕਾਸ਼ ਤਾਂ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦਾ, ਨਹੀਂ ਸੀ ਨਾ, ਕੇਵਲ ਗੁਰੂ ਦਰਬਾਰ ਸੀ। ਪਰ ਉਹਨਾਂ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਨਹੀਂ, ਪਰ ਫਿਰ ਵੀ ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਨੇ। ਉਹ ਸਤਿਕਾਰ ਹੈ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦਾ, ਜਿੱਥੇ ਉਹਨਾਂ ਦੇ ਚਰਨ ਪਏ ਨੇ, ਜਿੱਥੇ ਉਹਨਾਂ ਨੇ ਪ੍ਰਕਾਸ਼ ਧਾਰਨ ਕੀਤੇ ਨੇ, ਜਿੱਥੇ ਉਹਨਾਂ ਨੇ ਕੋਈ ਲੀਲਾ ਕੀਤੀ ਹੈ, ਕੋਈ ਚੋਜ ਕੀਤਾ। ਇਹ ਮਹੱਤਤਾ ਸਤਿਗੁਰਾਂ ਦੇ ਇਤਿਹਾਸਕ ਸਥਾਨਾਂ ਦੀ ਹੈ। ਖੈਰ ਕਲਗੀਆਂ ਵਾਲੇ ਪਾਤਸ਼ਾਹ ਆਏ ਨੇ, ਪੈਦਲ ਚੱਲ ਕੇ 9ਵੇਂ ਪਾਤਸ਼ਾਹ ਦਾ ਜਿਹੜਾ ਪਾਵਨ ਦਿਉਰਾ ਹੈ ਉੱਥੇ ਆ ਰਹੇ ਨੇ। ਨਵਮ ਗੁਰੂ ਕੇ ਦੇਹੋਰੇ ਅਭਿਵੰਦਨ ਠਾਨੇ। 9ਵੇਂ ਪਾਤਸ਼ਾਹ ਦੇ ਦਿਉਰੇ ਤੇ ਆ ਕੇ ਅਭਿਵੰਦਨਾ ਕੀਤੀ। ਜਦੋਂ ਖਾਲਸਾ ਜੀ ਆਨੰਦਪੁਰ ਸਾਹਿਬ ਛੱਡਿਆ ਨਾ ਮੇਰੇ ਪਾਤਸ਼ਾਹ ਨੇ, ਉਦੋਂ ਵੀ ਸਤਿਗੁਰਾਂ ਨੇ ਬਾਕੀ ਆਨੰਦਪੁਰ ਸਾਹਿਬ ਦੇ ਖਿਆਲ ਬਾਰੇ ਨਹੀਂ ਕਿਹਾ। ਇੱਕ ਉਦਾਸੀ ਸਾਧ ਸੀ ਭਾਈ ਗੁਰਬਖਸ਼, ਉਹਨੂੰ ਕਿਹਾ ਸਿੱਖਾ ਤੂੰ ਇੱਥੇ ਪਿਤਾ ਜੀ ਦੇ ਸਥਾਨ ਤੇ ਸਵੇਰੇ ਸ਼ਾਮੀ ਧੂਪ ਦੀਪ ਦੀ ਸੇਵਾ ਕਰਨੀ ਹੈ, ਉਹ ਦਿਉਰੇ ਦੀ।
ਤੋ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਦੇ ਇਸ ਪਵਿੱਤਰ ਦਿਉਰੇ ਤੇ ਚੱਲ ਕੇ ਆਏ ਹਨ। ਕਰੀ ਪ੍ਰਦਛਨਾ ਚਤਰ ਫਿਰ ਅਰਦਾਸ ਕਰਾਈ। ਪਰਕਰਮਾ ਕੀਤੀ ਮਹਾਰਾਜ ਜੀ ਨੇ ਸਤਿਗੁਰਾਂ ਦੇ ਪਵਿੱਤਰ ਸਥਾਨ ਦੀਆਂ 4 ਪਰਕਰਮਾ ਕਰਕੇ ਸਨਮੁਖ ਖਲੋ ਕੇ ਆਪਣੀ ਹਾਜ਼ਰੀ ਦੀ ਅਰਦਾਸ ਉਹ ਸਤਿਗੁਰੂ ਜੀ ਨੇ ਆਪਣੇ ਅਰਦਾਸੀਏ ਕੋਲੋਂ ਮੇਵੜੇ ਕੋਲੋਂ ਕਰਵਾਈ ਹੈ। ਪੰਚਾਮ੍ਰਿਤ ਆਇਓ ਅਧਿਕ ਗੁਰ ਦੀਏ ਵਰਤਾਈ। ਦੇਗ ਬੇਅੰਤ ਆਈ ਸੀ ਕੜਾ ਪ੍ਰਸ਼ਾਦ ਦੀ। ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹ ਅਰਦਾਸ ਕਰਕੇ ਸਾਰੀ ਸੰਗਤ ਵਿੱਚ ਵਰਤਾਈ ਹੈ। ਪੁਨ ਪ੍ਰਵਸ਼ੇ ਨਿਜ ਸਦਨ ਮੈਂ ਧਰ ਸ਼ਸਤਰ ਉਤਾਰੇ। ਫਿਰ ਮਹਾਰਾਜ ਜੀ ਜਿੱਥੇ ਗੁਰੂ ਕੇ ਮਹਿਲ ਨੇ ਆਨੰਦਪੁਰ ਸਾਹਿਬ ਆਪਣੇ ਮਹਿਲਾਂ ਚ ਆਏ ਔਰ ਮਹਿਲਾਂ ਚ ਆ ਕੇ ਗੁਰਦੇਵ ਨੇ ਆਪਣੇ ਸ਼ਸਤਰ ਬਸਤਰ ਉਹ ਲਾ ਕੇ ਸੋਹਣੇ ਤਖਤੇ ਤੇ ਤਖਤ ਪੋਸ਼ ਤੇ ਸਜਾਏ ਨੇ। ਕੰਚਨ ਕੇਰ ਪਲੰਗ ਪਰ ਬੈਠੇ ਸੁਖ ਸਾਰੇ। ਭਾਈ ਸਾਹਿਬ ਕਹਿੰਦੇ ਜਿਹੜਾ ਪਲੰਘ ਹੈ ਨਾ ਮੇਰੇ ਪਾਤਸ਼ਾਹ ਦੇ ਬੈਠਣ ਵਾਲਾ ਆਨੰਦਪੁਰ ਸਾਹਿਬ ਉਹ ਸੋਨੇ ਦਾ ਹੈ, ਸਵਰਨ ਦਾ ਪਲੰਘ ਹੈ, ਸੋਨੇ ਦਾ। ਉਹਦੇ ਤੇ ਸੋਨੇ ਦਾ ਪੱਤਰਾ ਚੜਿਆ ਹੋਇਆ ਸਾਰੇ ਪਲੰਘੇ ਦੇ ਉੱਤੇ। ਬਾਦਸ਼ਾਹ ਦਰਵੇਸ਼ ਨੇ। ਇਤਿਹਾਸਕਾਰ ਵਿਦਵਾਨ ਇਸ ਤਰ੍ਹਾਂ ਵੀ ਦੱਸਦੇ ਆ ਵੀ ਜਿਹੜੇ ਮਹਾਰਾਜ ਜੀ ਦੇ 25 ਸਿੱਖ ਜਿਹੜੇ ਸਤਿਗੁਰਾਂ ਦੇ ਖਾਸ ਨਿਕਟ ਵਰਤੀ ਸਨ, ਜਿਨ੍ਹਾਂ ਚੋਂ ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਆਲਮ ਸਿੰਘ ਜੀ, ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਮਹਾਰਾਜ ਜੀ ਦੇ 5 ਪਿਆਰੇ, ਉਹਨਾਂ ਨੇ ਸਤਿਗੁਰਾਂ ਵਾਸਤੇ ਬਕਾਇਦਾ ਬਾਅਦ ਵਿੱਚ ਇੱਕ ਐਸਾ ਸੁੰਦਰ ਕਮਰਾ ਤਿਆਰ ਕੀਤਾ ਜਿਹਦੇ 'ਚ ਸਾਰੇ ਵਿੱਚ ਸੋਨੇ ਦੀ ਕਢਾਈ ਕੱਢੀ ਹੋਈ ਸੀ। ਤੋ ਸਤਿਗੁਰੂ ਜੀ ਅੱਜ ਜਿਸ ਪਲੰਘੇ ਤੇ ਆ ਕੇ ਆਨੰਦਪੁਰ ਸਾਹਿਬ 'ਚ ਬੈਠੇ ਨੇ, ਮਹਾਰਾਜ ਜੀ ਦੇ ਮਹਿਲਾਂ 'ਚੋਂ ਪਲੰਘਾ ਸੋਭਨੀਕ ਸੁਭਾਏਮਾਨ ਹੈ, ਉਹ ਸੋਨੇ ਦਾ ਹੈ। ਇਹ ਗੁਰਸਿੱਖਾਂ ਦੀ ਭਾਵਨਾ ਮੁਤਾਬਕ ਜਿਵੇਂ ਸਾਹਿਬ ਦੇ ਸਿੱਖਾਂ ਨੇ ਬਣਾਇਆ ਉਹ ਮਹਾਰਾਜ ਜੀ ਨੂੰ ਅਰਪਣ ਕੀਤਾ ਹੋਇਆ। ਮਹਿਲ ਆਏ ਚਰਨੀ ਲਗੇ ਦੋਨੋਂ ਤਿਸ ਕਾਲਾ। ਮਹਾਰਾਜ ਜੀ ਦੇ ਦੋਨੋਂ ਮਹਿਲ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਉਹ ਪਹਿਲਾਂ ਆ ਚੁੱਕੇ ਸਨ ਇੱਥੇ। ਜਦੋਂ ਸਤਿਗੁਰੂ ਜੀ ਆਏ ਤੇ ਮਹਾਰਾਜ ਜੀ ਦੇ ਦੋਨੋਂ ਮਹਿਲ ਆਏ। ਮਾਤਾ ਜੀਤੋ ਤੇ ਮਾਤਾ ਸੁੰਦਰੀ ਜੀ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਬੜੇ ਅਦਬ ਨਾਲ, ਸਤਿਕਾਰ ਨਾਲ ਮੱਥਾ ਟੇਕਿਆ। ਜਿਨ੍ਹਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪਤੀ ਰੂਪ ਦੇ ਵਿੱਚ ਪ੍ਰਾਪਤ ਹੋਏ ਨੇ, ਦੋਨਾਂ ਮਾਤਾਵਾਂ ਨੇ ਗੁਰੂ ਚਰਨਾਂ 'ਚ ਪ੍ਰਣਾਮ ਕੀਤੀ। ਕਰ ਦਰਸ਼ਨ ਕੋ ਹਰਖ ਉਰ ਕੈ ਬਿਨੇ ਵਿਸਾਲਾ। ਦਰਸ਼ਨ ਕਰਕੇ ਬੜੀ ਭਾਰੀ ਖੁਸ਼ੀ ਪ੍ਰਗਟ ਕੀਤੀ ਔਰ ਮਹਾਰਾਜ ਜੀ ਨੂੰ ਬੇਨਤੀ ਕੀਤੀ। ਪ੍ਰਭ ਜੀ ਪੂਰਬ ਕਰਮ ਸ਼ੁਭ ਜਿਸ ਨੇ ਫਲ ਦੀਨਾ। ਮਾਤਾ ਜੀ ਹੋਣੀ ਕਹਿਣ ਲੱਗੇ, ਮਹਾਰਾਜ ਸਾਡੇ ਕੋਈ ਪੂਰਬਲੇ ਜਨਮ ਦੇ ਕਰਮ ਹੋਣਗੇ ਚੰਗੇ, ਜਿਸ ਦਾ ਸਾਨੂੰ ਇਹ ਫਲ ਪ੍ਰਾਪਤ ਹੋਇਆ। ਆਪ ਸੰਗ ਸੰਜੋਗ ਪਾ ਜਗ ਸਾਹਿਬ ਪੀਨਾ। ਮਹਾਰਾਜ ਸਾਡਾ ਸੰਜੋਗ ਆਪ ਜੀ ਨਾਲ ਜੁੜਿਆ, ਸਾਨੂੰ ਤੁਹਾਡੇ ਮਹਿਲ ਹੋਣ ਦਾ ਮਾਣ ਮਿਲਿਆ। ਇਹ ਸਾਡੀ ਕੋਈ ਪੂਰਬਲੇ ਜਨਮਾਂ ਦੀ ਕਰਮ ਕਮਾਈ ਹੋਵੇਗੀ, ਆਪ ਜੀ ਦੀ ਦਇਆ ਹੈ। ਆਪ ਜੀ ਸਾਰੇ ਜਗਤ ਦੇ ਸਹਿਬ ਮਾਲਕ ਹੋ ਔਰ ਸਾਡਾ ਆਪ ਜੀ ਨਾਲ ਸੰਜੋਗ ਬਣਿਆ। ਕੁਸ਼ਲ ਪ੍ਰਸ਼ਨ ਸਤਿਗੁਰੂ ਕਰ ਧੀਰਜ ਤਬ ਦੈ ਕੈ। ਆਪਣੇ ਦੋਨੇ ਮਹਿਲਾਂ ਨਾਲ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ ਔਰ ਧੀਰਜ ਦਿੱਤਾ ਹੈ। ਮਾਤ ਗੁਜਰੀ ਕੋ ਮਿਲੇ ਬੰਧਨ ਪਗ ਕਹਿ ਕੈ। ਸਤਿਗੁਰੂ ਜੀ ਆਪ ਉੱਠ ਕੇ ਆਏ ਕਿੱਥੇ? ਮਾਤਾ ਜੀ ਦੇ ਕੋਲ। ਸਤਿਕਾਰਯੋਗ ਮਾਤਾ ਗੁਜਰੀ ਜੀ ਕੋਲ ਆ ਕੇ ਉਹਨਾਂ ਨੂੰ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਧਨ ਥਾਤੀ ਕੋ ਵਾਰ ਕਰ ਸੂੰਗਤ ਵੱਡ ਪਾਲਾ। ਮਾਤਾ ਜੀ ਨੇ ਕਲਗੀਧਰ ਦੇ ਸੀਸ ਤੋਂ ਨਾ ਕੁਝ ਧਨ ਦੀ ਥੈਲੀ ਵਾਰੀ ਔਰ ਮਾਤਾ ਜੀ ਨੇ ਸਾਹਿਬ ਦਾ ਮੱਥਾ ਚੁੰਮਿਆ ਤੇ ਮੱਥਾ ਚੁੰਮ ਕੇ ਮਾਤਾ ਜੀ ਆਪਣੇ ਮੁਖੋਂ ਬਚਨ ਕਰਦੇ ਆ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਬਚਨ ਪਾਤਸ਼ਾਹ ਜੀ ਦੇ ਵਾਸਤੇ ਮਾਤਾ ਜੀ ਕਰਦੇ ਨੇ। ਦੇਖ ਪੁੱਤਰ ਕੇ ਬਦਨ ਕੋ ਔਰ ਆਨੰਦ ਵਿਸਾਲਾ। ਆਪਣੇ ਪੁੱਤ ਦਾ ਖਿੜਿਆ ਚਿਹਰਾ, ਪ੍ਰਤਾਪੀ ਤੇਜਸਵੀ ਚਿਹਰਾ ਵੇਖ ਕੇ
ਮਾਤਾ ਜੀ ਦਾ ਮਨ ਖੇੜੇ ਵਿੱਚ ਹੈ, ਵਿਗਾਸ ਵਿੱਚ ਹੈ। ਆਸ਼ਿਕ ਦੇਬੋ ਮਾਦੁਰੀ ਹੋਵੋ ਸੁਤਵੰਤੇ। ਅਸੀਸ ਦਿੰਦੇ ਆ ਮਾਤਾ ਜੀ। ਨਾਲ ਇੱਕ ਅਸੀਸ ਅੱਜ ਹੋਰ ਦਿੱਤੀ ਆ ਮਾਤਾ ਜੀ ਨੇ, ਹੇ ਕਲਗੀਧਰ ਜੀ ਤੁਸੀਂ ਪੁੱਤਰਾਂ ਵਾਲੇ ਹੋਵੋ। ਇਹ ਅਸੀਸ ਵੀ ਮਾਤਾ ਜੀ ਨੇ ਦਿੱਤੀ ਅੱਜ। ਅੱਗੇ ਇਹ ਵੀ ਅਸੀਸ ਨਿਤ ਦਿੰਦੇ, ਪੂਤਾ ਮਾਤਾ ਕੀ ਅਸੀਸ। ਅੱਜ ਇਹ ਵੀ ਅਸੀਸ ਦਿੱਤੀ, ਤੁਸੀਂ ਪੁੱਤਰਾਂ ਵਾਲੇ ਹੋਵੋ। ਵਦੋ ਪ੍ਰਤਾਪ ਸੋ ਕੀਰਤੀ ਸਾਗਰ ਪਰਯੰਤੇ। ਸਾਗਰ ਪਰਯੰਤ ਤੱਕ ਆਪ ਜੀ ਵਧੋ, ਆਪ ਜੀ ਦੀ ਕੀਰਤੀ, ਆਪ ਜੀ ਦੀ ਸੋਭਾ ਪ੍ਰਗਟ ਹੋਵੇ। ਪੁਨ ਸਤਿਗੁਰ ਸ਼ੁਭ ਸਦਨ ਮੈਂ ਪ੍ਰਭ ਸ਼ੇਥਿਰ ਹੋਏ। ਮਾਤਾ ਜੀ ਨੂੰ ਮਿਲ ਕੇ ਸਤਿਗੁਰੂ ਜੀ ਆਪਣੇ ਆਸਣ ਤੇ ਆਏ ਨੇ, ਆਪਣੇ ਨਿਜ ਆਸਣ ਦੇ ਉੱਤੇ ਆਣ ਕੇ ਪਾਤਸ਼ਾਹ ਬਿਰਾਜੇ ਨੇ। ਉਹ ਪਾਵਨ ਕਥਾ ਗੁਰੂ ਕਲਗੀਧਰ ਜੀ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ।